ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ 90.8 ਮੈਗਾਹਰਟਜ਼ FM ਕਮਿਊਨਿਟੀ ਰੇਡੀਓ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ। ਮੈਂ ਜਸਵਿੰਦਰ ਸਿੰਘ ਪ੍ਰੋਗਰਾਮ ਰੂਬਰੂ ਲੈ ਕੇ ਹਾਜ਼ਰ ਹੋਇਆ। ਜਿਵੇਂ ਦੋਸਤੋ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਅਲੱਗ-ਅਲੱਗ ਸਮੇਂ ਉੱਤੇ ਅਲੱਗ-ਅਲੱਗ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਅਤੇ ਅੱਜ ਵੀ ਸਾਡੇ ਨਾਲ ਸਾਡੇ ਹੀ ਕਾਲਜ ਦੇ ਪੁਰਾਣੇ ਸਟੂਡੈਂਟ ਸਰਦਾਰ ਨਵਜੋਤ ਸਿੰਘ ਜੀ, ਉਹ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਹੋਣਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ। ਬਹੁਤ ਧੰਨਵਾਦ ਜੀ। 2009 ਤੋਂ ਲੈ ਕੇ 2013 ਦੇ ਵਿੱਚ ਤੁਸੀਂ ਇੱਥੇ ਇਸ ਕਾਲਜ ਦੇ ਵਿੱਚ ਰਹੇ ਹੋ। ਅਤੇ ਸਭ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਦੱਸ ਦਿਆਂ ਕਿ ਇਹ ਸਟਾਰਟਅਪ ਫਾਰਮ ਦੇ ਵਿੱਚ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸਾਂਭ ਰਹੇ ਨੇ। ਸੋ ਬਾਕੀ ਤੁਸੀਂ ਸਾਡੇ ਸਰੋਤਿਆਂ ਨੂੰ ਆਪਣੇ ਬਾਰੇ ਜ਼ਰੂਰ ਜਾਣਕਾਰੀ ਦਿਓ। ਤੁਹਾਡੀ ਸਕੂਲਿੰਗ ਕਿੱਥੋਂ ਹੋਈ, ਤੁਸੀਂ ਕਿੱਥੋਂ, ਅਤੇ ਕਾਲਜ ਤੋਂ ਪਹਿਲਾਂ ਦੀ ਲਾਈਫ ਅਤੇ ਉਸ ਦੀ ਬਾਅਦ ਦੀ ਲਾਈਫ ਦਾ ਕੀ ਫਰਕ ਰਿਹਾ ਤੁਹਾਡੇ 'ਚ? ਜੀ, ਸੋ ਮੈਂ ਰਾਜਸਥਾਨ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਆਇਆ ਜੀ। ਉੱਥੇ ਮੇਰੀ ਸਕੂਲਿੰਗ ਹੋਈ ਆ। ਅਨੂਪਗੜ੍ਹ ਸ਼ਹਿਰ ਦਾ ਨਾਮ ਹੈ। ਗੰਗਾ ਨਗਰ ਸਾਰਿਆਂ ਨੇ ਸੁਣਿਆ ਹੋਊਗਾ। ਉਸ ਤੋਂ 120 ਕਿਲੋਮੀਟਰ ਅੱਗੇ ਆ। ਤਾਂ ਟਿੱਬੇ ਹੈਗੇ ਆ। ਟਿੱਬਿਆਂ ਦੇ ਵਿੱਚ ਛੋਟਾ ਜਿਹਾ ਸ਼ਹਿਰ ਆ, ਪਾਕਿਸਤਾਨ ਬਾਰਡਰ ਤੋਂ 7 ਕਿਲੋਮੀਟਰਸ। ਅਤੇ ਉੱਥੋਂ ਪੜ੍ਹਨ ਤੋਂ ਬਾਅਦ ਫਿਰ ਮੈਂ ਗੰਗਾ ਨਗਰ +2 ਕਰਕੇ ਫਿਰ ਕੋਟਾ ਪੜ੍ਹ ਕੇ ਫਿਰ ਮੈਂ 2009 'ਚ GNE ਕਾਲਜ ਆਇਆ। ਅਤੇ ਜਦੋਂ ਮੈਂ GNE ਕਾਲਜ ਵਿੱਚ ਆਇਆ ਅਤੇ ਜਦੋਂ 2013 'ਚ ਮੈਂ ਇੱਥੋਂ ਗ੍ਰੈਜੂਏਟ ਹੋਇਆ, ਉਹ 4 ਸਾਲ ਅਫਕੋਰਸ ਬੈਸਟ ਤਾਂ ਹੁੰਦੇ ਹੀ ਆ ਸਾਰਿਆਂ ਦੇ, ਪਰ ਉਹ ਸਭ ਤੋਂ ਵੱਧ ਟਰਾਂਸਫੋਰਮੇਸ਼ਨ ਵਾਲੇ 4 ਸਾਲ ਸੀਗੇ ਮੇਰੇ। ਅਤੇ ਫਿਰ ਉਸ ਤੋਂ ਬਾਅਦ ਮੈਂ ਕਿਸੇ ਸਟਾਰਟਅਪ ਦੇ ਨਾਲ ਕੰਮ ਕਰਨ ਲੱਗ ਗਿਆ। ਉੱਥੇ ਅਸੀਂ ਇੰਡੀਗੋ ਏਅਰਲਾਈਨਸ, ਸਟਾਰ ਪਲੱਸ, ਊਬਰ ਇੰਡੀਆ, ਅਪੋਲੋ ਹੌਸਪੀਟਲਸ ਇੱਦਾਂ ਦੇ ਕਸਟਮਰਸ ਨੂੰ ਐਨਾਲਿਟਿਕਸ ਪਲੈਟਫਾਰਮ ਸੈਟਅਪ ਕਰਨ 'ਚ ਹੈਲਪ ਕੀਤੀ ਜੀ। ਅਤੇ ਫਿਰ ਇੱਕ UK ਬੇਸਡ ਸਟਾਰਟਅਪ ਦੇ ਵਿੱਚ ਮੈਂ ਫਸਟ ਇੰਪਲੋਈ ਜੁਆਇਨ ਕੀਤਾ ਇੰਡੀਆ 'ਚ। ਉਹਨਾਂ ਦੀ ਪ੍ਰੋਸੈਸਿਸ ਇੰਡੀਆ 'ਚ ਸੈਟਅਪ ਕਰਨ ਦੀ ਹੈਲਪ ਕੀਤੀ। ਅਤੇ ਹੁਣ 4 ਸਾਲ ਤੋਂ ਮੈਂ ਸਟਾਰਟਅਪ ਫਾਰਮਸ ਦੀ ਜਿਹੜੀ ਸਬਸਿਡਰੀ ਕੰਪਨੀ ਆ, ਇੱਕ ਅਲਰਟ ਐਂਟਰਪ੍ਰਾਈਜ਼ ਜੋ ਕਿ ਫਰੀਮੌਂਟ ਬੇਸਡ ਆ, ਉਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਕੰਮ ਕਰਦਾ। ਅਤੇ ਇੱਥੇ ਸਾਡਾ ਚੰਡੀਗੜ੍ਹ ਵੀ ਆਫਿਸ ਆ। 250-300 ਇੰਪਲੋਈਜ਼ ਇੱਥੇ ਹੈਗੇ ਆ। ਸੋ ਇੱਥੇ ਮੈਂ AI ਦੇ ਵਿੱਚ ਸੀਨੀਅਰ ਲੀਡ ਵਜੋਂ ਕੰਮ ਕਰਦਾ ਜੀ ਹੁਣ। ਜੀ, ਅਤੇ ਤੁਹਾਡੇ ਜਿਹੜੇ ਵਾਈਫ ਅਮਰਜੋਤ ਵੀ, ਉਹ ਵੀ ਇਸੇ ਕਾਲਜ ਤੋਂ ਪਾਸ ਆਊਟ ਨੇ? ਉਹ ਵੀ ਤੁਹਾਡੇ ਨਾਲ ਹੀ ਮਿਲਣਾ ਸੇਮ ਕੰਪਨੀ 'ਚ ਹੀ? ਹਾਂਜੀ, ਉਹ ਵੀ ਸੇਮ ਕੰਪਨੀ 'ਚ ਹੀ ਕੰਮ ਕਰਦੇ ਆ। ਉਹ ਵੀ 2013 ਬੈਚ ਦੇ ਕੰਪਿਊਟਰ ਸਾਇੰਸ 'ਤੇ ਗ੍ਰੈਜੂਏਟ ਆ। ਅਤੇ ਉਹ ਵੀ ਬਾਏ ਪ੍ਰੋਫੈਸ਼ਨ ਡੇਟਾ ਸਾਇੰਟਿਸਟ ਆ। ਅਤੇ ਹੁਣ ਉਹ ਸਟਾਰਟਅਪ ਫਾਰਮਸ ਦੇ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਿਟੀ ਡਿਪਾਰਟਮੈਂਟ ਨੂੰ ਵੀ ਦੇਖਦੇ ਆ ਇੰਡੀਆ 'ਚ। ਜੀ, ਬਹੁਤ ਵਧੀਆ। ਜਿਵੇਂ ਮੈਂ ਗੱਲ ਕੀਤੀ ਸੀ ਕਿ 2009 ਦੇ ਵਿੱਚ ਤੁਸੀਂ ਇੱਥੇ ਐਡਮਿਟ ਹੋਏ ਅਤੇ 2013 ਦੇ ਵਿੱਚ ਤੁਸੀਂ ਇੱਥੋਂ ਪਾਸ ਆਊਟ ਹੋਏ। ਅਤੇ ਇਸ ਕਾਲਜ ਦੇ ਨਾਲ ਤੁਹਾਡਾ ਸਭ ਤੋਂ ਪਹਿਲਾਂ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਅਤੇ ਕਿਸ ਤਰ੍ਹਾਂ ਮਹਿਸੂਸ ਹੋਇਆ ਇੱਥੇ ਇਸ ਕਾਲਜ ਦੀ ਲਾਈਫ ਦਾ? ਮੈਂ ਹੋਸਟਲਰ ਸੀਗਾ ਜੀ। ਅਤੇ ਹੋਸਟਲ ਦੇ ਵਿੱਚ ਤੁਸੀਂ ਜਦੋਂ ਹੁੰਦੇ ਹੋ ਤਾਂ 24/7 ਤੁਸੀਂ ਕਾਲਜ ਨੂੰ ਫੀਲ ਕਰਦੇ ਆ। ਅਤੇ ਡੇ ਸਕੋਲਰਸ ਹੁੰਦੇ, ਉਹ ਅੱਧਾ ਦਿਨ ਰਹਿੰਦੇ ਕਾਲਜ 'ਚ ਜੀ। ਅਤੇ ਪਹਿਲਾ 1 ਸਾਲ ਮੈਂ ਕੋਈ ਜਿੱਦਾਂ ਮੈਂ ਥੋੜ੍ਹਾ ਸ਼ੁਰੂਆਤ 'ਚ ਥੋੜ੍ਹਾ ਮੈਂ ਇੰਟਰੋਵਰਟ ਨੇਚਰ ਦਾ ਹਾਂ। ਜਦੋਂ ਫਿਰ ਮਾਹੌਲ 'ਚ ਐਡਜਸਟ ਹੋ ਜਾਂਦਾ, ਫਿਰ ਮੈਂ ਐਕਸਟਰੋਵਰਟ ਹੋ ਜਾਂਦਾ। ਤਾਂ ਪਹਿਲਾ 1 ਸਾਲ ਮੈਂ ਜ਼ਿਆਦਾ ਟਾਈਮ ਲਾਇਬ੍ਰੇਰੀ 'ਚ ਹੀ ਸਪੈਂਡ ਕੀਤਾ। ਲਾਇਬ੍ਰੇਰੀ 'ਚ ਵੀ ਕੋਈ ਟੈਕਨੀਕਲ ਬੁੱਕਸ ਨਹੀਂ, ਪੰਜਾਬੀ ਲਿਟਰੇਚਰ ਪੜ੍ਹਨ 'ਤੇ ਸਪੈਂਡ ਕੀਤਾ। ਬਹੁਤ ਵਧੀਆ। ਕਿਉਂਕਿ ਮੈਂ ਰਾਜਸਥਾਨ ਤੋਂ ਆ। ਮੈਂ 9th ਕਲਾਸ ਤੱਕ ਸੰਸਕ੍ਰਿਤ ਪੜ੍ਹੀ, 10th 'ਚ ਆ ਕੇ ਗੁਰਮੁਖੀ ਸਿੱਖੀ ਸੀ। ਅਤੇ ਮੈਨੂੰ ਫਿਰ ਚਾਅ ਬਹੁਤ ਸੀਗਾ। ਉਦੋਂ ਬਾਅਦ 3 ਸਾਲ ਟਾਈਮ ਨਹੀਂ ਲੱਗਿਆ। ਅਤੇ ਫਿਰ ਮੈਂ ਇੱਥੇ ਲਿਟਰੇਚਰ ਪੜ੍ਹਿਆ, ਫਿਰ ਪੋਇਟਰੀ ਕਰਨ ਲੱਗ ਗਿਆ। ਫਿਰ ਯੂਨੀਵਰਸਿਟੀ 'ਚ ਕਾਲਜ ਨੂੰ ਪੋਇਟਰੀ 'ਚ ਰਿਪ੍ਰਜੈਂਟ ਕਰਨ ਚਲਾ ਗਿਆ, ਪੰਜਾਬੀ ਪੋਇਟਰੀ 'ਚ। ਤਾਂ ਪਹਿਲੇ 2-2.5 ਸਾਲ ਤਾਂ ਮੈਂ ਕਲਚਰਲ ਐਕਟੀਵਿਟੀਜ਼ ਦੇ ਵਿੱਚ ਹੀ, ਮੇਰੀ ਪ੍ਰਾਇਮਰੀ ਜੋਬ ਉਹ ਬਣ ਗਈ ਸੀ ਅਤੇ ਨਾਲ ਡਿਗਰੀ ਚੱਲਦੀ ਸੀ। ਬਟ 2.5 ਸਾਲਾਂ ਬਾਅਦ ਫਿਰ ਮੈਂ ਪੜ੍ਹਾਈ ਨੂੰ ਥੋੜ੍ਹਾ ਹੋਰ ਸੀਰੀਅਸਲੀ ਕਰਨਾ ਸ਼ੁਰੂ ਕੀਤਾ। ਅਤੇ ਫਿਰ ਅਗਲਾ 1-1.5 ਸਾਲ ਮੈਂ TNP 'ਚ ਵੀ ਕੰਮ ਕੀਤਾ, ਪਲੇਸਮੈਂਟ ਸੈੱਲ ਦੇ ਵਿੱਚ। ਅਤੇ ਫਿਰ ਜਦੋਂ ਗ੍ਰੈਜੂਏਟ ਹੋਏ ਤਾਂ ਫਿਰ ਮੈਂ ਬੈਂਗਲੌਰ ਚਲਾ ਗਿਆ ਜੋਬ ਕਰਨੀ। ਸੋ ਇਹ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਜੀ। ਜਿਵੇਂ ਮੈਂ ਸਰੋਤਿਓ ਇਹ ਗੱਲ ਤੁਹਾਡੇ ਨਾਲ ਕਰਨੀ ਚਾਹਾਂਗਾ, ਕਿਉਂਕਿ ਅਸੀਂ ਅੱਜ ਜਿਹੜੀ ਗੱਲਬਾਤ ਦਾ ਟੌਪਿਕ ਹੀ ਰੱਖਿਆ ਕਿ ਇੱਕ ਤਰੱਕੀ ਪ੍ਰੋਜੈਕਟ ਹੈ ਇਹਨਾਂ ਦੀ ਕੰਪਨੀ ਵੱਲੋਂ, CSR ਪ੍ਰੋਜੈਕਟ ਦੇ ਵਿੱਚ। ਉਹਦੇ ਬਾਰੇ ਅਸੀਂ ਜਿਹੜੀ ਆ ਖੁੱਲ੍ਹ ਕੇ ਗੱਲਬਾਤ ਕਰਾਂਗੇ ਕਿ ਜਿਹੜੇ ਬੱਚੇ ਇੱਥੇ ਪੰਜਾਬ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ, ਤਾਂ ਅਸੀਂ ਜ਼ਿਆਦਾਤਰ ਇਹ ਸੋਚਦੇ ਹਾਂ ਨਵਜੋਤ ਕਿ ਬੱਚੇ ਜਿਹੜੇ +2 ਤੋਂ ਬਾਅਦ ਜਿਹੜੇ ਆ ਉਹ ਜ਼ਿਆਦਾ ਬਾਹਰ ਜਾ ਰਹੇ ਨੇ। ਉਹ ਸ਼ਿਕਾਇਤ ਕਰਦੇ ਆ ਕਿ ਸਾਡੇ ਕੋਲ ਇੱਥੇ ਪੰਜਾਬ ਦੇ ਵਿੱਚ ਜੋਬਸ ਨਹੀਂ ਹੈਗੀਆਂ, ਨੌਕਰੀਆਂ ਨਹੀਂ ਹੈਗੀਆਂ, ਇਸ ਕਰਕੇ ਸਾਡੇ ਕੋਲ ਜਿਹੜੀ ਬਾਹਰ ਜਾ ਕੇ ਓਪਰਚੁਨਿਟੀਜ਼ ਨੇ ਜਿਹੜੀ ਉਹ ਜ਼ਿਆਦਾ ਨੇ। ਸੋ ਜਿਹੜੇ ਬੱਚੇ ਹੁਣ 10ਵੀਂ ਕਰ ਹਟੇ ਆ ਜਾਂ 12ਵੀਂ ਕਰ ਹਟੇ ਆ, ਆਪਾਂ ਇੱਕ ਵਰਡ ਯੂਜ਼ ਕਰਦੇ ਹਾਂ ਕੈਰੀਅਰ ਕਾਉਂਸਲਿੰਗ ਜਾਂ ਗਾਈਡੈਂਸ, ਅਤੇ ਕਿੰਨੀ ਕੁ ਜ਼ਰੂਰੀ ਆ ਉਹਨਾਂ ਬੱਚਿਆਂ ਲਈ ਜਿਹੜੇ +2 ਕਰਕੇ ਇਸ ਵੇਲੇ ਹਟੇ ਬੱਚੇ? ਕਰੀਅਰ ਦੀ ਆਮ ਤੌਰ 'ਤੇ ਇਹ ਹੁੰਦਾ ਆ ਵੀ ਹੁਣ ਜਿਵੇਂ ਤੁਸੀਂ ਤਰੱਕੀ ਪ੍ਰੋਜੈਕਟ ਦੀ ਗੱਲ ਕੀਤੀ ਆ, ਤਾਂ ਤਰੱਕੀ ਪ੍ਰੋਜੈਕਟ ਦੇ ਵਿੱਚ ਅਸੀਂ ਪਿੱਛੇ ਜੇ ਇੱਕ ਕੈਂਪੇਨਿੰਗ ਕੀਤੀ ਤਾਂ ਅਸੀਂ 3,000-3,500 ਬੱਚਿਆਂ ਨੂੰ ਮਿਲੇ ਪਿੰਡਾਂ ਦੇ ਵਿੱਚ, ਸਕੂਲਾਂ 'ਚ ਜਾ ਕੇ।
ਤਾਂ ਆਮ ਤੌਰ 'ਤੇ ਅਸੀਂ ਇਹ ਵੇਖਿਆ ਆਲਮੋਸਟ 100% ਬੱਚਿਆਂ ਨੂੰ ਉਹਨਾਂ ਨੇ ਕਰੀਅਰ ਵਰਡ ਜਿਹੜਾ ਆ ਉਹਦੀ ਸਹੀ ਡੈਫੀਨੇਸ਼ਨ ਸੁਣੀ ਨਹੀਂ ਹੁੰਦੀ ਆਮ ਤੌਰ 'ਤੇ। ਜਦੋਂ ਅਸੀਂ ਆਲੇ ਦੁਆਲੇ ਦੇਖ ਕੇ ਕੋਈ ਪ੍ਰਭਾਵ ਕਬੂਲਿਆ ਹੁੰਦਾ ਉਹਨਾਂ ਨੇ। ਹਾਂਜੀ, ਅਸੀਂ ਵੀ ਸਕੂਲ 'ਚ ਜਦੋਂ ਸੀਗੇ ਅਸੀਂ ਉਦੋਂ ਸਾਨੂੰ ਵੀ ਨਹੀਂ ਪਤਾ ਸੀ ਕੀ ਕਰਨਾ। ਤਾਂ ਇਹ ਆਪਣੇ ਇੱਕ ਡੈਫੀਸ਼ੀਐਂਸੀ ਹੈਗੀ ਆ। ਕਰੀਅਰ ਪਲੈਨਿੰਗ ਜਿਹੜੀ ਆ ਉਹ 10th ਤੋਂ ਬਾਅਦ ਲਾਈਫ ਦੇ ਵਿੱਚ 3 ਮੇਜਰ ਡਿਸੀਜ਼ਨ ਆਪਾਂ ਲੈਣੇ ਹੁੰਦੇ ਆ ਕਰੀਅਰ ਨਾਲ ਰਿਲੇਟਡ। ਇੱਕ ਤਾਂ ਸਭ ਤੋਂ ਪਹਿਲਾਂ ਹੁੰਦਾ 10th ਤੋਂ ਬਾਅਦ ਜਦੋਂ ਆਪਾਂ ਸਬਜੈਕਟ ਚੂਜ਼ ਕਰਨੇ ਹੁੰਦੇ ਵੀ ਕੀ ਪੜ੍ਹਨਾ ਅੱਗੇ, ਸਪੈਸ਼ਲਾਈਜੇਸ਼ਨ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਉਹਦੇ ਹਿਸਾਬ ਨਾਲ। +2 ਤੋਂ ਬਾਅਦ ਆਪਾਂ ਕਾਲਜ ਚੂਜ਼ ਕਰਨਾ ਹੁੰਦਾ ਤੇ ਡਿਗਰੀ ਤੋਂ ਬਾਅਦ ਆਪਾਂ ਇਹ ਚੂਜ਼ ਕਰਨਾ ਵੀ ਆਪਾਂ ਕੰਮ ਕਿੱਥੇ ਕਰਨਾ, ਕਿਹੜੇ ਐਮਪਲੋਇਰ ਨਾਲ ਕਰਨਾ, ਕਿਹੜੇ ਤਰ੍ਹਾਂ ਦਾ ਕੰਮ ਕਰਨਾ। ਬਿਲਕੁਲ, ਜੇ ਆਪਾਂ ਇਹ 3 ਡਿਸੀਜ਼ਨ ਸਹੀ ਲੈ ਲਈਏ ਉਹੀ ਡਿਫਾਈਨ ਕਰਦਾ ਵੀ ਹੁਣ ਤੋਂ ਕੁਝ ਸਾਲਾਂ ਬਾਅਦ ਆਪਾਂ ਕਿੱਦਾਂ ਦੇ ਸਿਟੀਜ਼ਨ ਬਣਾਂਗੇ, ਕਿੱਦਾਂ ਦੇ ਹਿਊਮਨ ਬੀਇੰਗ ਹੋਵਾਂਗੇ ਤੇ ਕਿੰਨੇ ਕੰਫਰਟੇਬਲੀ ਰਹਿ ਸਕਾਂਗੇ। ਬਾਕੀ ਸਾਰੀਆਂ ਚੀਜ਼ਾਂ ਫਿਰ ਉਹਦੇ ਨਾਲ ਐਡਜਸਟ ਹੋ ਜਾਂਦੀਆਂ। ਸੋ ਇਹਦੀ ਜ਼ਰੂਰਤ ਬਹੁਤ ਜ਼ਿਆਦਾ ਆ ਤੇ ਜਿੰਨੀ ਜ਼ਿਆਦਾ ਜ਼ਰੂਰਤ ਆ ਉਨੀ ਹੀ ਜ਼ਿਆਦਾ ਇਹਦੀ ਡੈਫੀਸ਼ੀਐਂਸੀ ਆ। ਸੋ ਸਾਨੂੰ ਇਹ ਨੀਡ ਜਿਹੜੀ ਆ ਮੈਨੂੰ ਤਾਂ ਬਹੁਤ ਪਹਿਲਾਂ ਤੋਂ ਖੜਕਦੀ ਸੀਗੀ ਤੇ ਜਦੋਂ ਫਿਰ ਹੁਣ ਤਰੱਕੀ ਪ੍ਰੋਜੈਕਟ ਸਟਾਰਟ ਹੋਇਆ ਉਹਦੇ ਵਿੱਚ ਇਹ ਆ ਵੀ ਜਿਹੜੇ ਬੱਚੇ 10th ਕਰਦੇ ਆ, ਈਵਨ 10th ਤੋਂ ਪਹਿਲਾਂ ਵਾਲੇ ਵੀ, ਉਹਨਾਂ ਨੂੰ ਅਸੀਂ ਸਕੂਲਾਂ ਵਾਲੇ 8th 9th ਕਲਾਸ ਵਾਲੇ ਵੀ ਉਹਨਾਂ ਨੂੰ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ, ਕਾਉਂਸਲਿੰਗ ਕਰਦੇ ਹਾਂ ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹ ਸੋਚਦੇ ਕਿੱਦਾਂ ਆ, ਉਹਨਾਂ ਦੇ ਏਮ ਕੀ ਆ ਜਾਂ ਉਹਨਾਂ ਦੇ ਏਮ ਕੀ ਆ। ਤੇ ਜਦੋਂ ਹੁਣ ਜੇ ਆਪਾਂ 10 ਸਾਲ ਪਹਿਲਾਂ ਕੰਪੇਅਰ ਕਰੀਏ ਉਦੋਂ ਬੱਚਿਆਂ ਦੇ ਏਮ ਹੁੰਦੇ ਸੀਗੇ ਵੀ ਅਸੀਂ ਡਾਕਟਰ, ਪਾਇਲਟ, ਇੰਜੀਨੀਅਰ ਇਹ ਸਭ ਬਣਨਾ ਹੈ ਨਾ, ਤਾਂ ਆਰਮੀ ਆਫਿਸਰ ਬਣਨਾ, IPS IAS। ਹੁਣ ਉਹ ਜਿਹੜੀਆਂ ਚੀਜ਼ਾਂ ਆ ਉਹ 8th ਜਾਂ 9th ਕਲਾਸ ਤੱਕ ਜਾਂਦੀਆਂ। 9th ਕਲਾਸ ਤੋਂ ਬਾਅਦ ਫਿਰ ਇੱਕੋ ਹੀ ਏਮ ਰਹਿ ਜਾਂਦਾ ਆ, ਉਹ ਆਪਾਂ ਸਭ ਨੂੰ ਪਤਾ ਹੈ ਨਾ, ਉਹ ਇਹ ਹੁੰਦਾ ਵੀ ਅਸੀਂ ਬਣਨਾ ਜਾਂ ਕੀ ਨਹੀਂ ਬਣਨਾ ਉਹ ਬਾਅਦ 'ਚ ਦੇਖਾਂਗੇ। ਅਸੀਂ ਪਹਿਲਾਂ ਬਾਹਰ ਜਾਣਾ, ਵੀ ਇੱਥੋਂ ਬਾਹਰ ਜਾਣਾ ਪਹਿਲਾਂ। ਸਕੂਲਾਂ ਦੇ ਵਿੱਚ ਕਿਤੇ ਨਾ ਕਿਤੇ ਗਾਈਡੈਂਸ ਮਿਲਣ ਲੱਗ ਗਈ ਉਹਨਾਂ ਨੂੰ। ਹਾਂਜੀ, ਜਾਂ ਸਕੂਲਾਂ 'ਚ ਮਿਲਦੀ ਆ ਜਾਂ ਫਿਰ ਉਹਨਾਂ ਨੂੰ ਕੋਈ ਮਾਰਕੀਟਿੰਗ ਜਾਂ ਪੇਰੈਂਟਸ ਲੱਗੇ ਵੇਖਦੇ ਆ, ਪੇਰੈਂਟਸ ਦਾ ਪ੍ਰਭਾਵ ਹੁੰਦਾ, ਰਿਸ਼ਤੇਦਾਰੀਆਂ 'ਚੋਂ ਕੁਛ ਵੀ ਰੀਜ਼ਨ ਹੋ ਸਕਦਾ। ਪਰ ਉਹਦਾ ਜਿਹੜਾ ਸਭ ਤੋਂ ਵੱਡਾ ਡਰਾਬੈਕ ਆ ਉਹ ਇਹ ਆ ਕਿ ਬੱਚਿਆਂ ਦੇ ਸੁਪਨੇ ਜਿਹੜੇ ਆ ਉਹ ਖਤਮ ਹੋਣੇ ਸ਼ੁਰੂ ਹੋ ਗਏ। ਜਿੱਦਾਂ ਪਾਸ਼ ਦੀ ਕਵਿਤਾ ਹੈ ਨਾ ਕਿ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ, ਉਹ ਖਤਰਨਾਕ ਕੰਮ ਹੁਣ ਹੋ ਰਿਹਾ। ਇਹਦੇ ਵਿੱਚ ਇਹ ਵੀ ਆ, ਹੁਣ ਬੱਚੇ ਬਹੁਤ ਵਾਰੀ ਗਿਲਾ ਕਰਦੇ ਆ ਵੀ ਤੁਸੀਂ ਸਾਨੂੰ ਰੋਕਦੇ ਹੋ ਬਾਹਰ ਜਾਣ ਤੋਂ, ਤੇ ਦੂਜੀ ਗੱਲ ਇਹ ਵੀ ਹੁੰਦੀ ਆ ਵੀ ਇੱਥੇ ਕਿਹੜਾ ਨੌਕਰੀਆਂ ਪਈਆਂ। ਤਾਂ ਇਹ ਸਾਰੇ ਟੌਪਿਕਸ 'ਤੇ ਅਸੀਂ ਬੱਚਿਆਂ ਨਾਲ ਗੱਲ ਕਰਦੇ ਹਾਂ, ਇਹਨਾਂ 'ਤੇ ਆਪਾਂ ਵੀ ਹੁਣ ਖੋਲ੍ਹ ਕੇ ਗੱਲ ਕਰਾਂਗੇ ਥੋੜ੍ਹੇ ਚਿਰ 'ਚ। ਪਰ ਮੇਨ ਗੱਲ ਸਾਨੂੰ ਇਹ ਲੱਗਦੀ ਆ ਵੀ ਕਰੀਅਰ ਪਲੈਨਿੰਗ ਜਿਹੜੀ ਆ ਉਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਆ। ਇਹ ਬਹੁਤ ਅੰਡਰ ਰੇਟਡ ਆ, ਬਹੁਤ ਘੱਟ ਇਹਨੂੰ ਤਵੱਜੋ ਦਿੱਤੀ ਜਾਂਦੀ ਆ, ਜਿੰਨੀ ਦੇਣੀ ਚਾਹੀਦੀ ਆ ਉਨੀ ਨਹੀਂ ਦਿੱਤੀ ਜਾਂਦੀ। ਸੋ ਬਹੁਤ ਸਾਰੇ ਆਪਸ਼ਨਸ ਹੈਗੇ, ਆਪਾਂ ਉਹਨਾਂ ਦੀ ਵੀ ਗੱਲ ਕਰ ਲਾਂਗੇ ਥੋੜ੍ਹੀ। ਜੀ, ਜਿਵੇਂ ਅਸੀਂ ਵੀ ਗੱਲ ਕਰਦੇ ਹੁੰਦੇ ਸੀ ਕਿ ਸਾਨੂੰ ਕਿਸੇ ਨੇ ਸਕੂਲ ਦੇ ਵਿੱਚ ਗਾਈਡ ਨਹੀਂ ਕੀਤਾ, ਜਾਂ ਸਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਸਕਾਲਰਸ਼ਿਪ ਸਕੀਮ ਹੁੰਦੀਆਂ ਨੇ, ਚਾਹੇ ਉਹ ਦੇਸ਼ ਦੇ ਵਿੱਚ ਨੇ ਚਾਹੇ ਵਿਦੇਸ਼ ਦੇ ਵਿੱਚ ਨੇ। ਕਿਤੇ ਨਾ ਕਿਤੇ ਸਾਡੇ ਮਨ 'ਚ ਘਾਟ ਹਮੇਸ਼ਾ ਰੜਕਦੀ ਰਹਿੰਦੀ ਆ ਕਿ ਸਾਨੂੰ ਕੋਈ ਗਾਈਡ ਕਰਨ ਵਾਲਾ ਹੋਵੇ, ਕੋਈ ਚਾਹੇ ਟੀਚਰ ਹੋਵੇ, ਚਾਹੇ ਕੋਈ ਆਲੇ ਦੁਆਲੇ ਤੋਂ ਹੋਵੇ। ਜਿੱਦਾਂ ਕੋਈ ਬੱਚਾ 10ਵੀਂ ਕਰਦਾ ਤਾਂ ਉਹ ਸਭ ਤੋਂ ਪਹਿਲਾਂ ਆਂਢ ਗੁਆਂਢ 'ਚ ਦੇਖਦਾ ਕਿ ਬੱਚੇ ਕੀ ਕਰਦੇ ਨੇ। ਜੇ ਕੋਈ ਨਾਨ ਮੈਡੀਕਲ ਕਰਦਾ ਤਾਂ ਉਹ ਨਾਨ ਮੈਡੀਕਲ ਵਾਲੇ ਪਾਸੇ ਚਲੇ ਜਾਂਦਾ, ਜੇ ਕਿਸੇ ਦਾ ਕੋਈ ਰਿਸ਼ਤੇਦਾਰ ਆਰਟਸ ਕਰਦਾ ਤਾਂ ਉਸ ਪਾਸੇ ਚਲੇ ਜਾਂਦਾ। ਅਤੇ ਤੁਸੀਂ ਇੰਨੇ ਸਕੂਲਾਂ ਦੇ ਵਿੱਚ ਗਏ ਹੋ ਅਤੇ ਕੀ ਦੇਖਿਆ ਬੱਚਿਆਂ ਦੇ ਵਿੱਚ ਕਿ ਉਹ ਕਿਸ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਇਹ ਏਮ ਬਣ ਚੁੱਕੇ ਨੇ ਬਾਹਰ ਜਾਣ ਦੇ, ਇੱਥੇ ਰਹਿਣ ਦੀ ਇੱਛੁਕ ਕਿਉਂ ਨਹੀਂ ਹੈ, ਜਾਂ ਕੀ ਕਾਰਨ ਹੋ ਸਕਦੇ ਆ? ਸਭ ਤੋਂ ਪਹਿਲੀ ਗੱਲ ਤਾਂ ਉਹ ਬੱਚਿਆਂ 'ਚ ਐਨਰਜੀ ਬਹੁਤ ਜ਼ਿਆਦਾ ਆ, ਬਹੁਤ ਵਧੀਆ ਬੱਚੇ ਆ। ਗੌਰਮੈਂਟ ਸਕੂਲਾਂ 'ਚ ਗਏ ਆ ਇਕੱਲੇ ਕਿ ਪ੍ਰਾਈਵੇਟ ਦੇ ਵਿੱਚ? ਅਸੀਂ ਜ਼ਿਆਦਾਤਰ ਗੌਰਮੈਂਟ ਸਕੂਲਾਂ 'ਚ ਗਏ ਹਾਂ ਜੀ, 95% ਗੌਰਮੈਂਟ ਸਕੂਲਾਂ 'ਚ ਗਏ ਹਾਂ। ਜਿਹੜੇ ਪ੍ਰਾਈਵੇਟ ਸਕੂਲ ਆ ਉਹ ਵੀ ਜਿਹੜੇ ਚੈਰੀਟੇਬਲ ਸਕੂਲ ਆ ਉਹਨਾਂ 'ਚ ਗਏ ਹਾਂ, ਜਾਂ ਜਿੱਦਾਂ ਨਨਕਾਣਾ ਸਾਹਿਬ ਟਰੱਸਟ ਦੇ ਸਕੂਲ ਆ ਉਹਨਾਂ 'ਚ ਗਏ ਹਾਂ। ਤਾਂ ਅਸੀਂ ਇਹ ਨੋਟਿਸ ਕੀਤਾ 3 ਜ਼ਿਲ੍ਹਿਆਂ ਦੇ ਤਕਰੀਬਨ 10 ਸਕੂਲ ਹਰ ਜ਼ਿਲ੍ਹੇ ਦੇ ਅਸੀਂ ਕਵਰ ਕੀਤੇ ਆ, ਮੋਹਾਲੀ, ਜਲੰਧਰ ਅਤੇ ਲੁਧਿਆਣਾ। ਹਜੇ ਅਸੀਂ ਪਹਿਲੀ ਵਾਰ ਇਹ ਕੈਂਪੇਨ ਕਰ ਰਹੇ ਸੀਗੇ ਅਤੇ ਅਗਲੀ ਵਾਰ ਆਪਾਂ ਹੋਰ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਅਸੀਂ ਇਹ ਵੇਖਿਆ ਬੱਚਿਆਂ 'ਚ ਐਨਰਜੀ ਬਹੁਤ ਆ, ਉਹ ਬੱਚਿਆਂ ਦੇ ਵਿੱਚ ਪੋਟੈਂਸ਼ੀਅਲ ਵੀ ਬਹੁਤ ਆ। ਅਤੇ ਸਪੈਸ਼ਲੀ ਜਿਹੜੇ ਬੱਚੇ ਸ਼ਹਿਰਾਂ ਵਾਲੇ ਬੱਚੇ ਵੀ ਸ਼ਾਰਪ ਹੁੰਦੇ ਆ, ਪਰ ਪਿੰਡਾਂ ਵਾਲੇ ਬੱਚੇ ਜਿਹੜੇ ਉਹਨਾਂ ਦੀ ਇਮੈਜੀਨੇਸ਼ਨ ਜ਼ਿਆਦਾ ਵਧੀਆ ਹੁੰਦੀ ਹੈ। ਇਹ ਅਸੀਂ ਸ਼ਰਾਰਤੀ ਹੁੰਦੇ ਆ, ਥੋੜ੍ਹੇ ਜ਼ਿਆਦਾ ਸ਼ਰਾਰਤੀ ਵੀ ਹੁੰਦੇ ਆ ਅਤੇ ਕ੍ਰੀਏਟਿਵ ਵੀ ਹੁੰਦੇ ਆ, ਅਤੇ ਉਹ ਕੋਈ ਵੀ ਵਧੀਆ ਚੀਜ਼ ਇਮੈਜਿਨ ਕਰਕੇ ਕ੍ਰੀਏਟ ਕਰ ਸਕਦੇ ਆ। ਅਤੇ ਹਾਲਾਂਕਿ ਚਲੋ ਉਹਨਾਂ ਨੂੰ ਥੋੜ੍ਹਾ ਝਾਕਾ ਹੁੰਦਾ, ਥੋੜ੍ਹੇ ਸੰਗਦੇ ਹੁੰਦੇ ਆ, ਕਿਉਂਕਿ ਜਦੋਂ ਕੋਈ ਸਟੇਜ 'ਤੇ ਬੁਲਾ ਕੇ ਬੋਲਣਾ ਉਸ ਚੀਜ਼ਾਂ 'ਤੇ ਸੰਗਦੇ ਆ। ਉਹ ਆਪਾਂ ਸਾਰੇ ਉੱਥੇ ਉਦੋਂ ਦੀ ਬੈਕਗਰਾਊਂਡ ਤੋਂ ਆਏ ਹਾਂ। ਪਰ ਉਹਨਾਂ ਬੱਚਿਆਂ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਜਿਹੜਾ ਆ ਉਹਦਾ ਜਿਹੜਾ ਮੂਲ ਕਾਰਨ ਸਾਨੂੰ ਲੱਗਿਆ ਉਹ ਇਹ ਆ ਵੀ ਉਹ ਬੱਚਿਆਂ ਨੂੰ ਸ਼ੁਰੂ ਤੋਂ ਹੋਪਲੈਸਨੈਸ ਸੁਣਨ ਦੀ ਸ਼ਾਇਦ ਆਦਤ ਪੈ ਗਈ। ਜਾਂ ਤਾਂ ਆਪਾਂ ਜਿਵੇਂ ਆਮ ਤੌਰ 'ਤੇ ਸੁਣਦੇ ਹਾਂ ਵੀ ਇੱਥੇ ਕਿਹੜਾ ਨੌਕਰੀਆਂ ਹੈਗੀਆਂ। ਦੂਸਰਾ ਰੀਜ਼ਨ ਇੱਕ ਵੱਡਾ ਹੈਗਾ ਬਈ ਜਦੋਂ ਉਹ ਵੇਖਦੇ ਆ ਐਗਜ਼ਾਮਪਲਸ, ਜਦੋਂ ਆਪਾਂ ਇੰਸਟਾਗ੍ਰਾਮ 'ਤੇ ਵੇਖਦੇ ਹਾਂ ਵੀ ਬਾਹਰ ਕੈਨੇਡਾ ਕੋਈ ਗਿਆ, ਉਹਨੇ ਆਪਣੀ ਗੱਡੀ ਨਾਲ ਫੋਟੋ ਪਾਤੀ, ਉਹਨੇ ਕਿਤੇ ਕੌਫੀ ਪੀਂਦੇ ਨੇ ਫੋਟੋ ਪਾਤੀ, ਘੁੰਮਣ ਦੀ, ਉਹ ਸਾਰੀਆਂ ਵੀਕਐਂਡ ਦੀਆਂ ਫੋਟੋਆਂ ਹੁੰਦੀਆਂ।
ਉਹ ਵੀਕਡੇਜ਼ ਦੀਆਂ ਫੋਟੋਆਂ ਨਹੀਂ ਵੇਖਦੇ, ਉਹ ਵੀਕਐਂਡ ਵਾਲੀਆਂ ਫੋਟੋਆਂ ਜ਼ਿਆਦਾ ਵੇਖਦੇ ਆ। ਤੀਸਰਾ ਰੀਜ਼ਨ ਇਹ ਆ, ਕਈ ਵਾਰੀ ਘਰ ਦੇ ਵਿੱਚ, ਕਿਉਂਕਿ ਜ਼ਿਆਦਾਤਰ ਬੱਚੇ ਜਿਹੜੇ ਆ ਉਹ ਪਿੰਡਾਂ ਦੇ ਗੌਰਮੈਂਟ ਸਕੂਲਸ ਤੋਂ ਪੜ੍ਹਦੇ ਆ, ਜਿਹੜੇ ਜਿਨ੍ਹਾਂ ਨੂੰ ਅਸੀਂ ਮਿਲੇ, ਤਾਂ ਉਹ ਕਈ ਵਾਰੀ ਘਰ 'ਚ ਐਂ ਹੁੰਦਾ ਵੀ ਜਿਹੜੇ ਆਰਥਿਕ ਸੋਰਸ ਹੁੰਦੇ ਆ ਉਹ ਪੂਰੇ ਹੁੰਦੇ ਆ, ਵੀ ਫਾਈਨੈਂਸ਼ੀਅਲ ਜਸਟ ਪੂਰਾ ਗੁਜ਼ਾਰਾ ਚੱਲ ਰਿਹਾ ਹੁੰਦਾ। ਤਾਂ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਜਾਵਾਂਗੇ ਤਾਂ 2 ਸਾਲਾਂ ਦੇ ਵਿੱਚ ਹੀ ਅਸੀਂ ਅਮੀਰ ਹੋ ਜਾਵਾਂਗੇ, ਘਰੇ ਵੀ ਪੈਸੇ ਭੇਜ ਦਾਂਗੇ, ਆਪ ਵੀ ਸੈਟਲ ਹੋ ਜਾਵਾਂਗੇ, ਅਤੇ ਫਰੀਡਮ ਵੀ ਹੈਗੀ ਆ, ਅਤੇ ਸਾਰਾ ਕੁਝ ਵਿਨ ਆ। ਉਹਨਾਂ ਨੂੰ ਲੱਗਦਾ ਉਹ ਵਿਨ ਇਸ ਕਰਕੇ ਆ ਕਿਉਂਕਿ ਸਿਰਫ ਵਿਨ ਨੂੰ ਹੀ ਆਪਾਂ ਵੇਖਦੇ ਹਾਂ। ਦੂਰ ਤੇ ਜਿਹੜੇ ਢੋਲ ਜਿਹੜੇ ਸੁਹਾਵਣੇ ਹੁੰਦੇ ਆ ਕਹਿੰਦੇ। ਹਾਂਜੀ, ਉਹਦੇ ਜਿਹੜੇ ਡਰਾਬੈਕ ਆ ਉਹ ਵੀ ਨਾਲ ਵਿਚਾਰਨੇ ਜ਼ਰੂਰੀ ਆ, ਅਸੀਂ ਉਹ ਦੱਸਦੇ ਹਾਂ ਬੱਚਿਆਂ ਨੂੰ ਜਾ ਕੇ। ਬਿਲਕੁਲ। ਹੁਣ ਆਪਾਂ ਗੱਲ ਕਰੀਏ ਤੁਹਾਡੇ ਪ੍ਰੋਜੈਕਟ ਬਾਰੇ, ਤਰੱਕੀ, ਜੋ ਜਿੰਨਾ ਕੁ ਮੈਂ ਸਮਝਦਾ ਕਿ ਤਰੱਕੀ ਅਸੀਂ ਕਹਿੰਦੇ ਕਿ ਕਿਸੇ ਨੂੰ ਥੱਲਿਓਂ ਉਠਾ ਕੇ ਉੱਪਰ ਚੱਕਣਾ, ਚਾਹੇ ਫਾਈਨੈਂਸ਼ਲੀ ਚਾਹੇ ਮੋਰਲੀ, ਜਿਸ ਤਰ੍ਹਾਂ ਵੀ ਆਪਾਂ ਕਹਿ ਸਕੀਏ। ਸੋ ਇਹ ਤਰੱਕੀ ਪ੍ਰੋਜੈਕਟ ਕੀ ਹੈ ਅਤੇ ਤੁਸੀਂ ਬੱਚਿਆਂ 'ਚ ਕੀ ਤਰੱਕੀ ਕਰਨਾ ਚਾਹੁੰਦੇ ਹੋ? ਹਾਂਜੀ, ਸੋ ਤਰੱਕੀ ਇਹ ਆ ਵੀ ਮਤਲਬ ਸਾਡਾ ਜਿਹੜਾ ਕੋਰ ਮੋਟੋ ਆ, ਉਹ ਅਸੀਂ ਇਹ ਕਦੇ ਵੀ ਆਪਣੇ ਮਨ 'ਚ ਵੀ ਨਹੀਂ ਆਉਣ ਦਿੰਦੇ, ਕਦੇ ਨਾ ਇੱਦਾਂ ਸਮਝਦੇ ਹਾਂ ਵੀ ਅਸੀਂ ਬੱਚਿਆਂ ਨੂੰ ਚੱਕ ਕੇ ਤਾਂ ਲੈ ਜਾਵਾਂਗੇ ਜੀ। ਅਸੀਂ ਚਾਹੁੰਦੇ ਹਾਂ ਵੀ ਤਰੱਕੀ ਪ੍ਰੋਜੈਕਟ ਜਿਹੜਾ ਉਹ ਇੱਕ ਪੌੜੀ ਬਣ ਜੇ, ਇੱਕ ਪੌੜੀ ਦੀ ਨਿਆਈ, ਉਹ ਕਿਤੇ ਜਿੱਥੇ ਪੌੜੀ ਹੈਗੀ ਆ ਬੱਚੇ ਉਹਨੂੰ ਯੂਜ਼ ਕਰ ਸਕਣ ਅਤੇ ਉੱਪਰ ਜਾ ਸਕਣ। ਸੋ ਇੱਕ ਪਲੈਟਫਾਰਮ ਬਣ ਜੇ। ਉਹ ਪਲੈਟਫਾਰਮ ਜਿਹੜਾ ਫਿਰ ਜਦੋਂ ਉਹ ਬੱਚੇ ਉੱਪਰ ਪਹੁੰਚ ਜਾਣ ਤਾਂ ਉਹ ਉਸੇ ਪੌੜੀ ਨੂੰ ਹੋਰ ਸਟਰੋਂਗ ਕਰਨ 'ਚ ਹੈਲਪ ਕਰ, ਚੇਨ ਚਲਾਉਣ। ਹੁਣ ਤਰੱਕੀ ਪ੍ਰੋਜੈਕਟ ਦੇ 2 ਮੇਨ ਜਿਹੜੀਆਂ ਵੈਲਿਊ ਪ੍ਰੋਪੋਜੀਸ਼ਨਸ ਆ, 2 ਮੇਨ ਆਫਰਿੰਗਸ ਆ। ਪਹਿਲੀ ਹੈਗੀ ਆ ਗਾਈਡੈਂਸ, ਜਿਹੜੀ ਜ਼ਿਆਦਾ ਇੰਪੋਰਟੈਂਟ ਆ। ਦੂਸਰੀ ਹੈਗੀ ਆ ਵਿੱਤੀ ਸਹਾਇਤਾ, ਵੀ ਕਿਸੇ ਨੂੰ ਵੀ ਜੇ ਮੰਨ ਲਓ ਜੇ ਕੋਈ ਵਧੀਆ ਡਿਗਰੀ ਕਰਦੀ ਆ ਅਤੇ ਮੰਨ ਲਓ ਮਹੀਨੇ ਦਾ 10,000 ਰੁਪਏ ਖਰਚਾ ਆਉਂਦਾ, ਉਹ ਕਹਿੰਦੇ ਸਾਡੇ ਕੋਲ 3,000 ਹੈਗਾ, 4,000 ਹੈਗਾ, ਅਸੀਂ ਅਫੋਰਡ ਕਰ ਸਕਦੇ ਹਾਂ, ਤਾਂ ਉਹ ਬਾਕੀ ਗੈਪ ਜਿਹੜਾ, ਜੇ ਉਹਨਾਂ ਨੂੰ ਕੋਈ ਹੋਰ ਸਕਾਲਰਸ਼ਿਪ ਨਹੀਂ ਮਿਲ ਰਹੀ, ਤਾਂ ਜੇ ਉਹ ਬੱਚੇ ਐਕਚੁਅਲੀ ਮਿਹਨਤ ਕਰਨਾ ਚਾਹੁੰਦੇ ਆ ਤਾਂ ਉਹ ਪੈਸਿਆਂ ਕਰਕੇ ਨਹੀਂ ਰਹਿਣੇ ਚਾਹੀਦੇ। ਸਾਡਾ ਇਹ ਮੋਟਿਵ ਹੈ। ਬਿਲਕੁਲ। ਇਹ ਆਪਾਂ ਜਿਹੜਾ ਤਰੱਕੀ ਦੀ ਗੱਲ ਕਰ ਰਹੇ ਹਾਂ, ਇਹ ਕਿਸੇ ਪਰਟੀਕੂਲਰ ਇੰਸਟੀਚਿਊਟ ਵਾਸਤੇ ਕਰ ਰਹੇ ਹਾਂ ਜਾਂ ਆਪਾਂ ਓਵਰਆਲ ਕਰ ਰਹੇ ਹਾਂ? ਤਰੱਕੀ ਦਾ ਜਿਹੜਾ ਜਿਹੜਾ ਲੌਂਗ ਟਰਮ ਏਮ ਆ ਉਹ ਹੈਗਾ ਆ ਪੰਜਾਬ ਦੇ ਵਿੱਚ 1 ਮਿਲੀਅਨ ਡਿਜੀਟਲ ਜੌਬਸ ਕ੍ਰੀਏਟ ਕਰਨੀਆਂ 2030 ਤੱਕ। ਉਹ ਹੋਣਗੀਆਂ ਜਦੋਂ ਆਪਾਂ ਆਲਮੋਸਟ 1 ਲੱਖ ਜਿਹੜੇ ਯੰਗਸਟਰਸ ਆ ਉਹਨਾਂ ਨੂੰ ਐਮਪਾਵਰ ਕਰ ਸਕਾਂਗੇ। ਬਿਲਕੁਲ। ਉਹ ਐਮਪਾਵਰ ਆਪਾਂ ਇਸ ਤਰ੍ਹਾਂ ਨਾਲ ਕਰਾਂਗੇ ਵੀ ਜਿਹੜੀਆਂ ਇਮਰਜਿੰਗ ਟੈਕਨੋਲੋਜੀਜ਼ ਆ, ਜਿੱਦਾਂ ਹੁਣ ਡੇਟਾ ਸਾਇੰਸ ਹੈ, ਡੇਟਾ ਸਾਇੰਸ 'ਚ ਵਰਲਡ ਵਾਈਡ 18 ਲੱਖ ਬੱਚਿਆਂ ਦੀ ਰਿਕੁਆਇਰਮੈਂਟ ਆ, ਜਿਹੜੇ 18 ਲੱਖ ਪ੍ਰੋਫੈਸ਼ਨਲਸ ਦੀ ਰਿਕੁਆਇਰਮੈਂਟ ਹੈ ਜਿਹੜੇ ਕਿ ਹਜੇ ਅਵੇਲੇਬਲ ਹੈ ਨਹੀਂਗੇ, ਜਿਹਨੂੰ ਆਪਾਂ ਡੈਫਿਸਿਟ ਕਹਿੰਦੇ ਹਾਂ। ਇੰਡੀਆ 'ਚ 1.5 ਲੱਖ ਜੌਬਸ ਖਾਲੀ ਪਈਆਂ। ਬਿਲਕੁਲ। ਅਤੇ ਇੱਦਾਂ ਦੀਆਂ ਜਿਹੜੀਆਂ ਜੌਬਸ ਆ ਉਹਨਾਂ ਲਈ ਆਪਾਂ ਇਹਨਾਂ ਬੱਚਿਆਂ ਨੂੰ ਅਪਸਕਿਲ ਕਰਾਂਗੇ, ਅਤੇ ਜਦੋਂ ਫਿਰ ਇਹਨਾਂ 'ਚੋਂ ਕੁਛ ਹੋਣਗੇ ਜਿਹੜੇ ਐਂਟਰਪ੍ਰੈਨਰਸ ਵੀ ਹੋਣਗੇ, ਜਿਹੜੇ ਆਪਣੇ ਬਿਜ਼ਨਸ ਵੀ ਸਟਾਰਟ ਕਰਨਗੇ, ਉਹ ਫਿਰ ਗਾਂਹ ਹੋਰ ਵੀ ਜੌਬਸ ਦੇਣਗੇ। ਸੋ ਇਹਦਾ ਅਲਟੀਮੇਟ ਏਮ ਤਾਂ ਹੈਗਾ 1 ਮਿਲੀਅਨ ਡਿਜੀਟਲ ਜੌਬਸ ਕ੍ਰੀਏਟ ਕਰਨੀਆਂ ਬਾਏ 2030। ਜਿਹੜੇ ਕਾਲਜਿਸ ਦੇ ਜਾਂ ਇੰਸਟੀਟਿਊਟਸ ਦੀ ਗੱਲ ਆ, ਉਹਦੇ 'ਚ ਸਾਨੂੰ ਇਹ ਲੱਗਦਾ ਸੀਗਾ ਕਿ ਅਸੀਂ ਜਦੋਂ ਆਪਾਂ ਤਰੱਕੀ ਸਟਾਰਟ ਕਰਨਾ ਹੈ ਤਾਂ ਅਸੀਂ ਯੂਨੀਵਰਸਿਟੀ ਨਹੀਂ ਬਣਾਉਣਾ ਚਾਹੁੰਦੇ, ਨਾ ਹੀ ਅਸੀਂ ਕੋਈ ਕਾਲਜ ਖੋਲ੍ਹਣਾ ਚਾਹੁੰਦੇ ਹਾਂ। ਬਿਲਕੁਲ। ਪਰ ਫਿਰ ਵੀ ਆਪਾਂ ਐਜੂਕੇਸ਼ਨ ਨੂੰ ਐਮਪਾਵਰ ਕਰਨਾ ਚਾਹੁੰਦੇ ਹਾਂ, ਜੋ ਆਲਰੇਡੀ ਬੱਚੇ ਲੈ ਰਹੇ ਜਾਂ ਲੈਣਾ ਚਾਹੁੰਦੇ ਅੱਗੇ। ਹਾਂਜੀ, ਉਹਦੇ ਵਿੱਚ ਤਾਂ ਉਹਦੇ 'ਚ ਫਿਰ ਸਾਨੂੰ ਇਹ ਜ਼ਰੂਰਤ ਸੀਗੀ ਵੀ ਕਿਸੇ ਇੰਜੀਨੀਅਰਿੰਗ ਕਾਲਜ ਨਾਲ ਜਾਂ ਕਿਸੇ ਹੋਰ ਪ੍ਰੋਫੈਸ਼ਨਲ ਕਾਲਜ ਦੇ ਨਾਲ ਅਸੀਂ MOU ਕਰੀਏ ਜਾਂ ਕਿਸੇ ਕੰਮ ਇਕੱਠਾ ਕਰੀਏ। ਫਿਰ ਸਾਨੂੰ ਉਹਦੇ ਵਿੱਚੋਂ ਸਭ ਤੋਂ ਵਧੀਆ ਜਿਹੜਾ ਕਾਲਜ ਲੱਗਿਆ, ਇੱਕ ਤਾਂ ਚਲੋ ਮੈਂ ਆਪ GNE ਤੋਂ ਪੜ੍ਹਿਆ, ਦੂਜਾ ਇਹ ਆ ਵੀ GNE ਦਾ ਵੀ ਮੋਟੋ ਇਹੀ ਆ। ਬਿਲਕੁਲ। GNE ਦਾ ਵੀ ਜੇ ਆਪਾਂ ਗੱਲ ਕਰੀਏ 1956 ਤੋਂ ਲੈ ਕੇ ਹੁਣ ਤੱਕ ਜਿਹੜੇ ਪੇਂਡੂ ਖੇਤਰਾਂ ਦੇ ਬੱਚੇ ਇੱਥੇ ਆਉਂਦੇ ਰਹੇ ਅਤੇ ਬਹੁਤ ਉੱਚੀਆਂ ਜਗ੍ਹਾ ਦੇ ਉੱਤੇ ਪਹੁੰਚੇ ਇਸ ਕਾਲਜ ਤੋਂ, ਕਿਤੇ ਨਾ ਕਿਤੇ ਤੁਹਾਨੂੰ ਉਹ ਵੀ ਚੀਜ਼ ਰੜਕਦੀ ਹੋਏਗੀ ਕਿ ਸਾਡੇ ਇੰਨੇ ਜਿਹੜੇ ਪੁਰਾਣੇ ਨਿਕਲੇ, ਹੁਣ ਉਹ ਕਿਤੇ ਨਾ ਕਿਤੇ ਉਹਨਾਂ ਦਾ ਗੈਪ ਉਹਨਾਂ 'ਚ ਘਟੇ ਵੀ, ਜਿਹੜੇ ਆਉਣ ਵਾਲੇ ਬੱਚੇ ਨੇ ਅਤੇ ਪੁਰਾਣਿਆਂ ਦੇ ਵਿੱਚ ਵੀ, ਤਾਂ ਕਿ ਉਹ ਵੀ ਉੱਥੇ ਜਾ ਕੇ ਪਹੁੰਚਣ। ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਵੀ ਏਮ ਤੁਹਾਡੀ ਤਰੱਕੀ ਦੇ ਵਿੱਚ ਹੈ ਇਹ ਚੀਜ਼। ਹਾਂਜੀ, ਇਹ ਹੈਗਾ। ਇਹ ਆ ਵੀ ਜਿਹੜੇ ਹੁਣ ਜਿਵੇਂ GNE ਦੇ ਜਿਹੜੇ ਆਪਾਂ ਗ੍ਰੈਜੂਏਟਸ ਕਹਿੰਦੇ ਆ, GNE ਦੇ ਗ੍ਰੈਜੂਏਟਸ ਵਰਲਡ ਦੀ ਹਰ ਇੱਕ ਕੰਟਰੀ 'ਚ ਹੈਗੇ ਆ। ਬਿਲਕੁਲ। ਅਤੇ ਵਰਲਡ ਦੇ ਸਾਰੇ ਵੱਡੇ ਅਹੁਦਿਆਂ 'ਤੇ ਹੈਗੇ ਆ, ਚਾਹੇ ਤੁਸੀਂ IPS ਆਫਿਸਰਸ ਕਹਿ ਲਓ, ਵੀ IPS ਆਫਿਸਰ ADGP ਲੈਵਲ 'ਤੇ ਵੀ ਹੈਗੇ ਆ ਕਈ, ਬਹੁਤ ਸਾਰੇ ਇੱਦਾਂ ਦੇ ਵੀ ਹੈਗੇ ਆ ਜਿਹੜੇ ਆਰਮੀ ਦੇ ਵਿੱਚ ਟੌਪ ਰੈਂਕਸ ਤੱਕ ਪਹੁੰਚੇ ਆ। ਬਿਲਕੁਲ। ਉਹ ਆਪਣੇ ਸਾਰੇ GNE ਵੈਬਸਾਈਟ 'ਤੇ ਵੀ ਪਿਆ ਹੁੰਦਾ ਸਾਰਾ, ਹੈ ਨਾ, ਅਲੂਮਨਾਈ ਦਾ ਡੇਟਾਬੇਸ। ਜਿਹੜੀਆਂ ਵਰਲਡ ਵਾਈਡ ਵੱਡੀਆਂ ਆਰਗੇਨਾਈਜੇਸ਼ਨਸ ਆ, IBM, ਬੋਇੰਗ, ਫੇਸਬੁੱਕ, ਮਾਈਕਰੋਸਾਫਟ, ਉਹ ਸਾਰੇ ਥਾਵਾਂ 'ਤੇ ਸੀਨੀਅਰ ਲੈਵਲਸ 'ਤੇ ਵੀ ਹੈਗੇ ਆ। ਜਿੱਦਾਂ ਆਪਾਂ ਗੂਗਲ ਦੀ ਗੱਲ ਕਰੀਏ, ਕਰਨ ਬਾਜਵਾ। ਹਾਂਜੀ, ਜਿਵੇਂ ਗੂਗਲ ਦੇ ਵਿੱਚ ਕਰਨ ਬਾਜਵਾ, ਗੂਗਲ ਕਲਾਊਡ ਦੇ ਏਸ਼ੀਆ ਦੇ ਹੈਡ ਆ। ਤਾਂ ਇਸ ਤਰ੍ਹਾਂ ਦੇ ਬਹੁਤ ਐਗਜ਼ਾਮਪਲਸ ਆ। ਮਤਲਬ ਮੈਨੂੰ ਆਪ ਨੂੰ ਹੀ ਹੁਣ ਜਦੋਂ ਮੈਂ ਲਿੰਕਡਇਨ ਫਰੋਲਣ ਲੱਗਦਾ, ਹਰ ਹਫ਼ਤੇ 4 ਨਵੇਂ ਐਲੂਮਨਾਈ ਮਿਲਦੇ ਵਿੱਚ, ਇਹ ਵੀ ਹੈਗੇ GNE ਤੋਂ। ਤਾਂ ਇੱਕ ਤਾਂ ਇਹ ਆ। ਦੂਸਰਾ ਇਹ ਆ ਵੀ GNE ਦੇ ਵਿੱਚ ਪਿੰਡਾਂ ਵਾਲੇ ਬੱਚਿਆਂ ਲਈ ਰਿਜ਼ਰਵੇਸ਼ਨ ਆ, ਜਿਹੜਾ GNE ਦਾ, ਹਾਂਜੀ, ਜਿਹੜੀ ਇਹਦੀ ਮਿਸ਼ਨ ਸਟੇਟਮੈਂਟ ਆ ਉਹ ਇਹ ਆ ਵੀ
ਰੂਰਲ ਇੰਡੀਆ ਨੂੰ ਐਮਪਾਵਰ ਕਰਨਾ। ਸੋ ਜਿਹੜੀ ਉਹ ਚੀਜ਼ ਆ ਉਹ ਇੱਕ ਬਿਲਕੁਲ ਵਿਲੱਖਣ ਚੀਜ਼ ਆ। ਇਸ ਕਰਕੇ ਮੈਂ ਆਮ ਤੌਰ 'ਤੇ ਕਹਿੰਦਾ ਹੁੰਦਾ ਵੀ ਜਦੋਂ ਆਪਾਂ ਵੇਖਦੇ ਹਾਂ GNE ਟੌਪ 100 'ਚ ਹੈਗਾ ਇੰਡੀਆ 'ਚ ਜਾਂ ਟੌਪ 50 'ਚ ਹੈਗਾ, ਮੈਨੂੰ ਲੱਗਦਾ ਹੁੰਦਾ ਵੀ GNE ਆਪਣੀ ਰੇਸ 'ਚ ਇਕੱਲਾ, ਕਿ ਜਿਹੜਾ GNE ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੀ ਕਿਸੇ ਹੋਰ ਇੰਜੀਨੀਅਰਿੰਗ ਕਾਲਜ ਦੇ ਨਾਲ ਰੇਸ ਨਹੀਂ ਗਈ, ਕਿਉਂਕਿ ਉੱਥੇ ਉਹਨਾਂ ਨੇ ਕਰੀਮ ਜਿਹੜੇ ਬੈਸਟ ਬ੍ਰੇਨਸ ਆ ਉਹਨਾਂ ਨੂੰ ਹੀ ਐਡਮਿਸ਼ਨ ਦੇਣਾ। ਬਿਲਕੁਲ GNE ਕਹਿੰਦਾ ਹੈ ਵੀ ਜੇ ਤੁਸੀਂ ਪਿੰਡ ਤੋਂ ਪੜ੍ਹੇ ਹੋ ਅਤੇ ਜੇ ਤੁਸੀਂ ਬੈਸਟ ਰੈਂਕ ਤੁਹਾਡੀ ਨਹੀਂ ਵੀ ਹੈਗੀ ਤਾਂ ਵੀ ਤੁਹਾਨੂੰ ਪਹਿਲਾਂ ਪਹਿਲ ਮਿਲੂਗੀ, ਅਤੇ 70% ਪਿੰਡਾਂ ਵਾਲੇ ਬੱਚਿਆਂ ਦੀ ਰਿਜ਼ਰਵੇਸ਼ਨ ਆ। ਸੋ ਇਹ ਇੱਕ ਵੱਡਾ ਰੀਜ਼ਨ ਸੀ ਵੀ ਅਸੀਂ GNE ਦੇ ਨਾਲ ਟਾਈਪ ਕਰਕੇ ਸ਼ੁਰੂਆਤ ਇੱਥੋਂ ਕੀਤੀ ਆ, ਅਤੇ ਹੌਲੀ ਹੌਲੀ ਫਿਰ ਆਪਾਂ ਇਹਨੂੰ ਐਕਸਪੈਂਡ ਕਰਾਂਗੇ ਜੀ। ਬਿਲਕੁਲ। ਆਪਾਂ ਕੋਈ ਤੁਸੀਂ ਰੱਖਿਆ ਕਿ ਇੰਨੇ ਕੁ ਬੱਚੇ ਅਸੀਂ ਇਸ ਵਾਰ ਲਵਾਂਗੇ, ਉਸ ਤੋਂ ਬਾਅਦ ਇੰਨੇ ਵਧਾਵਾਂਗੇ, ਕੋਈ ਟਾਰਗੇਟ ਹੈ, ਜਾਂ ਜਿਹੜਾ ਵੀ ਬੱਚਾ ਆ ਗਿਆ ਤੁਸੀਂ ਉਹਨਾਂ ਨੂੰ ਗਾਈਡ ਕਰੋਗੇ ਜਾਂ ਉਹਨਾਂ ਦੀ ਫਾਈਨੈਂਸ਼ੀਅਲੀ ਹੈਲਪ ਵੀ ਕਰੋਗੇ? ਹਾਂਜੀ, ਇਸ ਵਾਰੀ ਆਪਣਾ ਟਾਰਗੇਟ, ਕਿਉਂਕਿ ਪਹਿਲੀ ਵਾਰ ਸਟਾਰਟ ਕਰ ਰਹੇ ਹਾਂ, ਤਾਂ 50 ਬੱਚਿਆਂ ਦਾ ਸੀਗਾ ਕਿ ਅਸੀਂ 50 ਬੱਚਿਆਂ ਨੂੰ ਤਰੱਕੀ ਪ੍ਰੋਜੈਕਟ 'ਤੇ ਮੈਂਟਰਿੰਗ ਕਰੀਏ ਨਾਲ ਔਨ ਬੋਰਡ ਕਰਾਂਗੇ। ਹਾਂਜੀ, ਉਹਨਾਂ ਨੂੰ ਮੈਂਟਰ ਵੀ ਫਿਰ 4 ਸਾਲ ਲਗਾਤਾਰ ਕਰਾਂਗੇ, 2-2 3-3 ਮਹੀਨਾ ਬਾਅਦ ਵਰਕਸ਼ਾਪਸ ਲਾ ਕੇ ਡਿਊਰਿੰਗ ਦੇਅਰ ਇੰਜੀਨੀਅਰਿੰਗ, ਜਦੋਂ ਇੰਜੀਨੀਅਰਿੰਗ ਕਰ ਰਹੇ ਹੋਣਗੇ। ਨਾਲ ਉਹਨਾਂ ਨੂੰ ਜੇ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਉਹ ਵੀ ਮਿਲੂਗੀ। ਤਾਂ 50 ਦਾ ਟੀਚਾ ਸੀਗਾ ਜੋ ਹਜੇ ਪੂਰਾ ਨਹੀਂ ਹੋਇਆ 3200 ਬੱਚਿਆਂ ਨੂੰ ਮਿਲਣ ਤੋਂ ਬਾਅਦ ਵੀ, ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਕਿਤੇ ਨਾ ਕਿਤੇ ਆਪਾਂ ਗਾਈਡ ਕਰਾਂਗੇ ਤਾਂ ਬੱਚੇ ਸੁਣਦੇ ਆ ਉਹ ਗੱਲ ਨੂੰ। ਕਿਉਂਕਿ ਮੈਂ ਵੀ ਬਹੁਤ ਸਾਰਾ ਵਿਚਰਦਾ ਅਤੇ ਪਤਾ ਲੱਗਦਾ ਕਿ ਪਿੰਡਾਂ ਦੇ ਕਈ ਇੱਦਾਂ ਦੇ ਬੱਚੇ ਹੁੰਦੇ ਆ ਜਿਹੜੇ ਪੇਰੈਂਟਸ ਲੇਬਰ ਕਰਦੇ ਹੁੰਦੇ, ਜਾਂ ਉਹ ਬਿਲਕੁਲ ਉਹਨਾਂ ਨਹੀਂ ਕਮਾ ਸਕਦੇ, ਜਿਹੜੇ ਆ ਉਹ ਉਨੀ ਫੀਸ ਨਹੀਂ ਭਰ ਸਕਦੇ ਹੈਗੇ ਆਪਣੇ ਬੱਚਿਆਂ ਦੀ। ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਲੋੜ ਹੁੰਦੀ ਹੈ ਕਿ ਫਾਈਨੈਂਸ਼ੀਅਲੀ ਜੇ ਉਹਨਾਂ ਨੂੰ ਕੋਈ ਸਪੋਰਟ ਮਿਲੇ। ਬਹੁਤ ਸਾਰੀਆਂ ਔਰਗੇਨਾਈਜੇਸ਼ਨ, ਚਾਹੇ ਆਪਾਂ ਗੌਰਮੈਂਟ ਦੀ ਗੱਲ ਕਰੀਏ ਜਾਂ ਪ੍ਰਾਈਵੇਟ ਸੰਸਥਾਵਾਂ ਦੀ ਗੱਲ ਕਰੀਏ, ਬਹੁਤ ਸਾਰੀਆਂ ਹੈਲਪ ਵੀ ਕਰਦੀਆਂ ਨੇ, ਪਰ ਕਿਤੇ ਨਾ ਕਿਤੇ ਉਹਨਾਂ ਤੱਕ ਇਹ ਮੈਸੇਜ ਪਹੁੰਚਦਾ ਨਹੀਂ ਹੈਗਾ। ਅਤੇ ਤੁਹਾਡੀ ਤਰੱਕੀ ਦੇ ਵਿੱਚ ਮੈਨੂੰ ਲੱਗਦਾ ਇਹ ਵਿਲੱਖਣ ਚੀਜ਼ ਆ ਕਿ ਤੁਸੀਂ ਗਾਈਡ ਜਿਹੜਾ ਉਹ ਬੱਚਿਆਂ ਨੂੰ ਸਕੂਲ ਲੈਵਲ 'ਤੇ ਜਾ ਕੇ ਕਰਦੇ ਹੋ। ਹਾਂਜੀ, ਉਹ ਸਾਨੂੰ ਲੱਗਿਆ ਵੀ ਕਰਨਾ ਹੀ ਪੈਣਾ, ਅਦਰਵਾਈਜ਼ ਜੇ ਅਸੀਂ ਦੂਜੇ ਪਾਸੇ ਚੱਲ ਪਏ ਤਾਂ ਫਿਰ ਉੱਥੇ ਸਾਨੂੰ ਬਹੁਤ ਵੱਡੀ ਮਾਰਕੀਟਿੰਗ ਕਰਨੀ ਪੈਣੀ ਆ। ਫਿਰ ਦੂਸਰੀ ਚੀਜ਼ ਇਹ ਵੀ ਹੁੰਦੀ ਆ ਵੀ ਤੁਸੀਂ ਜਦੋਂ ਕਿਸੇ ਕੋਲ ਜਾਂਦੇ ਹੋ, ਬੱਚਿਆਂ ਨੂੰ ਦੱਸਦੇ ਹੋ, ਤਾਂ ਬੱਚਿਆਂ ਦਾ ਆਲਰੇਡੀ ਮਾਈਂਡ ਜਿਹੜਾ ਪ੍ਰੀਪੇਅਰਡ ਹੁੰਦਾ ਵੀ ਅਸੀਂ ਹੁਣ ਆਈਲੈਟਸ ਹੀ ਕਰਨੀ ਆ। ਹਾਲਾਂਕਿ ਤੁਸੀਂ ਉਹ ਬੱਚਿਆਂ ਨਾਲ 2-3 ਘੰਟੇ ਸਪੈਂਡ ਕਰਦੇ ਹੋ, ਕਈ ਵਾਰੀ ਅਸੀਂ 4-4 ਘੰਟੇ ਟਰੈਵਲ ਕਰਕੇ ਵੀ ਜਾਂਦੇ ਹਾਂ, ਅਤੇ ਜਦੋਂ ਤੁਸੀਂ 2 ਘੰਟੇ ਸਪੈਂਡ ਕਰਦੇ ਹਾਂ ਉਸ ਤੋਂ ਬਾਅਦ ਬੱਚਿਆਂ ਨੂੰ ਆਈਡੀਆ ਲੱਗ ਜਾਂਦਾ, ਪਰ ਉਹ ਇੰਨੀ ਪਰਬਲ ਹੋ ਚੁੱਕੀ ਹੁੰਦੀ ਇੱਛਾ ਕਿ ਉਹ ਫਿਰ ਉਹ ਡਰੀਮ ਬਣ ਚੁੱਕਿਆ ਹੁੰਦਾ ਨਾ, ਉਹ ਏਜ ਇੱਦਾਂ ਦੀ ਆ, ਅਤੇ ਫਿਰ ਉਹ ਕਹਿੰਦੇ ਵੀ ਅਸੀਂ ਸਮਝਦੇ ਹਾਂ ਗੱਲ, ਪਰ ਹੁਣ ਤੀਰ ਕਮਾਨੋਂ ਨਿਕਲ ਚੁੱਕਿਆ, ਹੁਣ ਅਸੀਂ ਜਾਣਾ ਹੀ ਜਾਣਾ। ਤਾਂ ਫਿਰ ਸਾਨੂੰ ਲੱਗਿਆ ਵੀ ਅਸੀਂ 8th 9th ਤੋਂ ਹੀ ਬੱਚਿਆਂ ਨਾਲ ਗੱਲ ਕਰੀਏ। ਦੂਜੀ ਗੱਲ ਜਿਹੜੀ ਬਾਹਰ ਜਾਣ ਦੀ ਆ, ਜਿਵੇਂ ਆਪਾਂ ਗੱਲ ਕਰਦੇ ਆ ਵੀ ਤੁਸੀਂ ਤਰੱਕੀ ਦੀ ਗੱਲ ਕਰਦੇ ਹੋ ਵੀ ਬੱਚੇ ਬਾਹਰ ਨਾ ਜਾਣ, ਮਤਲਬ ਇਹ ਗੱਲ ਕਰਦੇ ਹੋ? ਹਾਂਜੀ, ਇਹ ਕੁਐਸਚਨ ਆਮ ਤੌਰ 'ਤੇ ਆਉਂਦਾ। ਤਾਂ ਜਿਹੜਾ ਆਪਣਾ ਹੈਗਾ ਆ ਵੈਲਿਊ ਪ੍ਰੋਪੋਜੀਸ਼ਨ, ਉਹ ਇਹ ਆ ਵੀ ਹੁਣ ਜਿਵੇਂ ਜਿਹੜੀ ਕੰਪਨੀ 'ਚ ਮੈਂ ਕੰਮ ਕਰਦਾ ਹਾਂ, ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਡਿਪਾਰਟਮੈਂਟ 'ਚ, ਤਾਂ ਉਹ ਕੰਪਨੀ ਅਮਰੀਕਾ ਦੀ ਆ। ਉਹ ਕੰਪਨੀ ਨੂੰ ਸਟਾਰਟ ਕਰਨ ਵਾਲੇ ਪੰਜਾਬੀ ਆ ਜਿਹੜੇ ਰੋਪੜ ਜ਼ਿਲ੍ਹੇ ਤੋਂ ਗਏ ਆ, ਅਤੇ ਰੋਪੜ ਜ਼ਿਲ੍ਹੇ ਦੇ ਪਿੰਡ ਵਾਲੇ ਸਕੂਲ ਤੋਂ ਪੜ੍ਹੇ ਆ, ਜਸਵੀਰ ਗਿੱਲ। ਉਹਨਾਂ ਨੇ ਉਹ ਵੀ ਬਾਹਰ ਜਾ ਕੇ ਉਹਨਾਂ ਨੇ ਕੰਪਨੀ ਸੈਟਅਪ ਕੀਤੀ। ਅੱਛਾ। ਅਤੇ ਜੇ ਉਹ +2 ਕਰਕੇ ਗਏ ਹੁੰਦੇ ਤਾਂ ਉਹ ਐਡੀ ਵੱਡੀ ਕੰਪਨੀ ਨਹੀਂ ਖੋਲ੍ਹ ਸਕਦੇ ਸੀ। ਪਿੱਛੇ ਜੇ ਜਸਵੀਰ ਗਿੱਲ ਨੂੰ ਵਾਈਟ ਹਾਊਸ ਦੇ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਗਿਆ, ਕਿਉਂਕਿ ਉਹ ਸਿਕਿਉਰਿਟੀ ਦੀ, ਹਾਂਜੀ, ਉਹ ਸਿਕਿਉਰਿਟੀ ਦੀ ਕੰਪਨੀ ਆ, ਅਤੇ ਉਹ ਸਿਕਿਉਰਿਟੀ ਸਿਸਟਮਸ 'ਚ ਹੈਲਪ ਕਰਦੀ ਆ। ਤਾਂ ਜੇ ਉਹ +2 ਕਰਕੇ ਸਿੱਧੇ ਚਲੇ ਗਏ ਹੁੰਦੇ ਤਾਂ ਉਹ ਨਹੀਂ ਕਰ ਸਕਦੇ ਸੀ। ਤਾਂ ਅਸੀਂ ਇਹ ਕਹਿੰਦੇ ਹਾਂ ਵੀ ਐਜੂਕੇਸ਼ਨ ਲੈ ਕੇ ਜਾਓ, ਜੇ ਜਾਣਾ ਤਾਂ ਕੁਛ ਬਣ ਕੇ ਜਾਓ, ਰੁਲ ਕੇ ਨਾ ਜਾਓ। ਇੱਕ ਐਗਜ਼ਾਮਪਲ ਮੈਂ ਹਿਸਟਰੀ 'ਚੋਂ ਵੀ ਦਿੰਦਾ ਹੁੰਦਾ ਬੱਚਿਆਂ ਨੂੰ, ਉਹ ਇਹ ਆ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਸੀਗਾ, ਉਦੋਂ ਬਹੁਤ ਸਾਰੇ ਫਰੈਂਚ ਲੋਕ, ਯੂਰੋਪੀਅਨ ਲੋਕ ਇੱਥੇ ਜੋਬ ਕਰਨ ਆਉਂਦੇ ਸੀਗੇ, ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਆਲਮੋਸਟ ਸਮਾਪਤੀ ਵੱਲ ਸੀਗਾ, ਅਤੇ ਉਦੋਂ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਏ 5 ਸਾਲ ਦੀ ਉਮਰ 'ਚ, ਅਤੇ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਨੇ ਆਪਣੇ ਤਰੀਕੇ ਨਾਲ ਢਾਲਿਆ। ਮਹਾਰਾਜਾ ਦਲੀਪ ਸਿੰਘ ਦੀ ਇੱਕ ਵੀ ਨਹੀਂ ਚੱਲੀ, ਸਾਰੀ ਉਮਰ ਨਹੀਂ ਚੱਲੀ। ਆਪਣੀ ਐਜੂਕੇਸ਼ਨ ਆਪਣੀ ਸਾਰੀ ਉਹਨਾਂ ਨੇ ਆਪਣੇ ਤਰੀਕੇ ਨਾਲ ਤਾਲੀਮ ਦਿੱਤੀ। ਉਸ ਤੋਂ ਬਾਅਦ ਉਹਨਾਂ ਨੂੰ ਇੰਡੀਆ ਵੀ ਨਹੀਂ ਆਉਣ ਦਿੱਤਾ। ਤਾਂ ਇੱਕ ਤਰੀਕੇ ਨਾਲ ਫਿਜ਼ੀਕਲੀ ਤਾਂ ਨਹੀਂ, ਬਟ ਅਦਰਵਾਈਜ਼ ਗੁਲਾਮ ਬਣਾ ਕੇ ਰੱਖਿਆ। ਉਹ ਗੁਲਾਮ ਕਿਉਂ ਬਣਾ ਕੇ ਰੱਖਿਆ? ਕਿਉਂਕਿ ਉਹ ਐਮਪਾਵਰਡ ਨਹੀਂ ਸੀਗੇ, ਉਹ ਛੋਟੀ ਏਜ ਚਲੇ ਗਏ। ਮਹਾਰਾਜਾ ਦਲੀਪ ਸਿੰਘ ਕੋਲ ਰਾਜ ਨਹੀਂ ਸੀ, ਮਹਾਰਾਜਾ ਰਣਜੀਤ ਸਿੰਘ ਕੋਲ ਰਾਜ ਸੀ। ਹੁਣ ਅੱਜ ਦੇ ਜਿਹੜੇ ਮਹਾਰਾਜਾ ਦਲੀਪ ਸਿੰਘ ਆ, ਉਹ ਆਪਣੀਆਂ ਰਾਣੀ ਜਿੰਦ ਕੌਰ ਵਰਗੀਆਂ ਮਾਵਾਂ ਨੂੰ ਛੱਡ ਕੇ 17 ਸਾਲ ਦੀ ਉਮਰ ਚਲੇ ਜਾਂਦੇ, ਬਸ ਉਦੋਂ 5 ਸਾਲ 'ਚ ਗਏ ਸੀ। ਇੰਨਾ ਹੀ ਫਰਕ ਆ। ਸੋ ਇਹ ਹੁੰਦਾ ਵੀ ਜੇ ਤੁਸੀਂ ਮਹਾਰਾਜੇ ਬਣ ਕੇ ਜਾਓਗੇ, ਡਿਗਰੀ ਕਰਕੇ, ਕੋਈ ਐਜੂਕੇਸ਼ਨ ਲੈ ਕੇ, ਸਕਿੱਲ ਲੈ ਕੇ, ਤਾਂ ਤੁਸੀਂ ਉੱਥੇ ਜਾ ਕੇ ਰਾਜ ਕਰੋਗੇ। ਅਦਰਵਾਈਜ਼ ਪੈਸੇ ਤਾਂ ਮਿਲ ਹੀ ਜਾਣੇ ਆ, ਮਾਇਆ ਤਾਂ ਤੁਸੀਂ ਕਮਾ ਹੀ ਲੈਣੀ ਆ। ਤੁਸੀਂ ਟਰਾਲਾ ਚਲਾ ਕੇ ਕਮਾ ਲਓ, ਟਰਾਲੇ ਚਲਾਉਣ 'ਤੇ ਵੀ $8-9 ਹਜ਼ਾਰ ਮਿਲ ਜਾਂਦਾ ਮਹੀਨੇ ਦਾ। ਪੈਸੇ ਦੀ ਪ੍ਰੋਬਲਮ ਹੈ ਹੀ ਨਹੀਂ। ਪਹਿਲੇ 5-7 ਸਾਲਾਂ 'ਚ ਤੁਸੀਂ ਜਦੋਂ ਬੇਸਿਕ ਇਨਕਮ ਕਮਾਉਣ ਲੱਗ ਗਏ, ਉਦੋਂ ਬਾਅਦ ਤੁਹਾਨੂੰ ਫੀਲ ਹੋਣਾ ਵੀ ਪੈਸੇ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਸੀ ਲਾਈਫ 'ਚ, ਉਹ ਸਾਰੀਆਂ ਅਸੀਂ ਪਿੱਛੇ ਰਹਿ ਗਈਆਂ। ਹਾਂਜੀ, ਤਾਂ ਇਹ ਮੈਸੇਜ ਹੁੰਦਾ ਜੀ ਆਮ ਤੌਰ 'ਤੇ।
ਇੱਧਰਲੇ ਬੱਚੇ ਇੱਕ ਹੋਰ ਵੀ ਜਿਹੜੀ ਆ ਗੱਲ ਸ਼ੇਅਰ ਕਰਦੇ ਆ ਕਿ ਇੱਥੋਂ ਦੀਆਂ ਫੀਸਾਂ ਜਿਹੜੀਆਂ ਜ਼ਿਆਦਾ ਨੇ, ਕਿ ਅਸੀਂ ਅਫੋਰਡ ਨਹੀਂ ਕਰ ਸਕਦੇ, ਅਤੇ ਤਾਂ ਅਸੀਂ ਕਿਤੇ ਫਿਰ ਸਾਨੂੰ ਇੰਨੀਆਂ ਫੀਸਾਂ ਭਰ ਕੇ ਨੌਕਰੀ ਵੀ ਨਹੀਂ ਮਿਲਣੀ। ਆਪਾਂ ਹੁਣੇ ਗੱਲ ਕਰਦੇ ਸੀ, ਉਹ ਕਹਿੰਦੇ ਅਸੀਂ ਵੀ 12ਵੀਂ ਤੋਂ ਬਾਅਦ ਜਿਹੜਾ 4 ਲੱਖ ਰੁਪਈਆ ਅਸੀਂ ਗ੍ਰੈਜੂਏਸ਼ਨ 'ਤੇ ਲਾਉਣਾ, ਉਹੀ ਅਸੀਂ ਬਾਹਰ ਹੀ ਤਾਂ ਲਾ ਲਈਏ ਕਿਤੇ। ਹਾਂਜੀ, ਇੱਦਾਂ ਵੀ ਬੱਚੇ ਤੁਹਾਡੇ ਨਾਲ ਗੱਲਬਾਤ ਕਰਦੇ ਹੋਣਗੇ, ਦੱਸਦੇ ਆ ਕਿ ਅਸੀਂ ਇੱਥੇ, ਪੇਰੈਂਟਸ ਵੀ ਕਿਤੇ ਨਾ ਕਿਤੇ ਇੱਦਾਂ ਸੋਚਦੇ ਨੇ। ਹਾਂਜੀ, ਨਹੀਂ ਹੁੰਦੀ ਹੈ ਜੀ ਇੱਦਾਂ ਗੱਲ। ਐਕਚੁਅਲੀ ਇੱਕ ਸਕੂਲ ਹੈ ਇੱਥੇ, ਉਹ ਸਕੂਲ 'ਚ ਅਸੀਂ 3 ਵਾਰੀ ਗਏ ਕਿਉਂਕਿ ਸਾਨੂੰ ਲੱਗਦਾ ਸੀ ਉੱਥੇ ਬੱਚੇ ਬਹੁਤ ਬਰਾਈਟ ਆ, ਅਤੇ ਉਹ ਹੈਗੇ ਵੀ ਐਕਚੁਅਲੀ ਉੱਥੇ ਬਰਾਈਟ। ਉਹ ਸਕੂਲ 'ਚ ਅਸੀਂ 300 ਬੱਚਿਆਂ ਨਾਲ ਗੱਲ ਕੀਤੀ, 300 ਦੇ ਆਸ-ਪਾਸ ਉੱਥੇ ਨਾਨ ਮੈਡੀਕਲ ਦੇ ਬੱਚੇ ਹੈਗੇ ਆ। ਤਾਂ ਉਹ 'ਚੋਂ 9 ਬੱਚੇ ਕਹਿੰਦੇ ਕਿ ਅਸੀਂ ਇੱਥੇ ਡਿਗਰੀ ਕਰਾਂਗੇ ਰਹਿ ਕੇ, ਅਤੇ ਅਸੀਂ ਇੰਜੀਨੀਅਰ ਬਣ ਕੇ ਫਿਰ ਜਾਵਾਂਗੇ, ਪਰ ਸਾਨੂੰ ਤੁਸੀਂ ਸਪੋਰਟ ਕਰ ਦਿਓ। ਸਾਡੇ ਕੋਲ ਫੀਸ ਭਰਨ ਦੀ ਸਮਰੱਥਾ ਹੈ ਨਹੀਂ, ਜੇ ਅਸੀਂ ਬਾਹਰ ਵੀ ਜਾਂਦੇ ਤਾਂ 20 ਲੱਖ ਰੁਪਏ ਦਾ ਕਰਜ਼ਾ ਲੈ ਕੇ ਜਾਣਾ ਸੀ, ਕੋਈ 2-4 ਕਨਾਲ ਜਿਹੜੀ ਪੈਲੀ ਹੈਗੀ ਉਹ ਵੀ ਵੇਚਣੀ ਸੀ। ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਇਹ ਕਰਨ ਦੀ ਲੋੜ ਨਹੀਂ, ਤੁਸੀਂ GNE ਕਾਲਜ ਆ ਜਾਓ, ਅਤੇ GNE ਕਾਲਜ ਤੁਹਾਨੂੰ ਰਿਜ਼ਰਵੇਸ਼ਨ ਵੀ ਮਿਲ ਜਾਣੀ ਹੈ ਕਿਉਂਕਿ ਪੇਂਡੂ ਏਰੀਆ 'ਚ ਸੀਗੇ ਉਹ। ਅਤੇ ਉਹ 9 ਬੱਚਿਆਂ ਦੇ ਨਾਲ ਅਸੀਂ 4 ਮਹੀਨੇ ਕੰਮ ਕੀਤਾ, ਉਹਨਾਂ ਨੂੰ ਐਗਜ਼ਾਮ ਦੀ ਤਿਆਰੀ ਕਰਾਈ, JEE ਦਾ ਫਾਰਮ ਭਰਿਆ। ਜਦੋਂ ਰਿਜ਼ਲਟ ਆਇਆ +2 ਦਾ, ਪਾਸਾ ਪਲਟ ਗਿਆ। 4-5 ਬੱਚੇ ਉਦੋਂ ਇੱਕਦਮ, ਉਹਦਾ ਰੀਜ਼ਨ ਇਹ ਆ ਵੀ ਉਹ ਬੱਚਿਆਂ ਨੂੰ, ਕਿਉਂਕਿ ਉਹ ਬੱਚਿਆਂ ਨੇ ਮਸ਼ਹੂਰੀਆਂ ਜਿਹੜੀਆਂ ਜਾਂ ਉਹ ਜਿਹੜੀ ਗਲੋਰੀਫਿਕੇਸ਼ਨ ਆ ਉਹ ਇੰਨੀ ਜ਼ਿਆਦਾ ਕੋਲੋਂ ਦੇਖ ਲਈ, ਉਹਨਾਂ ਨੂੰ ਲੱਗਿਆ ਵੀ ਹੁਣ ਮੇਰੇ ਇੱਕ ਬੱਚੀ ਦੇ 96% ਮਾਰਕਸ ਆਏ ਨਾਨ ਮੈਡੀਕਲ 'ਚ। ਉਹੀ ਰੀਜ਼ਨ ਬਣ ਗਿਆ ਉਹਦਾ ਬਾਹਰ ਜਾਣ ਦਾ, ਡਿਸੀਜ਼ਨ ਲੈਣ ਦਾ। ਕਿਉਂਕਿ ਜਿਵੇਂ ਹੁਣ ਆਈਲੈਟਸ ਆਪਾਂ ਕਹਿੰਦੇ ਹਾਂ, ਤਾਂ ਆਈਲੈਟਸ ਵੈਸੇ ਤਾਂ ਨੋਰਮਲ ਜਿਹੀ ਚੀਜ਼ ਆ। ਜੇ ਹੁਣ ਕੋਈ ਬੀਟੈਕ ਆ, ਉਹ ਜੇ ਕੰਮ ਕਰਦਾ ਇੰਡਸਟਰੀ 'ਚ, ਉਹ ਕਿਸੇ ਵੀ ਫਰਾਈਡੇ ਡਿਸਾਈਡ ਕਰੂਗਾ ਕਿ ਮੈਂ ਆਈਲੈਟਸ ਦੇਣੀ ਆ, ਮੰਡੇ ਨੂੰ ਜਾ ਕੇ ਦੇ ਆਊਗਾ, ਅਤੇ ਉਹਦੇ 7-7.5 ਬੈਂਡ ਆਰਾਮ ਨਾਲ ਆ ਸਕਦਾ। ਪਰ ਆਮ ਤੌਰ 'ਤੇ ਬੱਚਿਆਂ ਨੂੰ ਇਹ ਹੁੰਦਾ ਵੀ ਬਹੁਤ ਵੱਡੀ ਚੀਜ਼ ਆ, ਉਹਦੇ ਪੇਰੈਂਟਸ ਨੂੰ ਲੱਗਿਆ ਵੀ ਹੁਣ 96% ਆ ਗਿਆ, ਹੁਣ ਤਾਂ ਆਈਲੈਟਸ ਕਰ ਜਾਣੀ ਇਹਨੇ, ਇਹਨੂੰ ਬਾਹਰ ਭੇਜੋ, ਫਸਟ ਟਾਈਮ 'ਚ ਕਰ ਜਾਣੀ ਇਹਨੇ। ਹਾਂਜੀ, ਤਾਂ ਉਹ ਕੁੜੀ ਦਾ ਮੈਂ ਇਹ ਐਸਪਾਇਰ ਕਰਦਾ ਵੀ ਜੇ ਉਹ ਕੁੜੀ ਇੰਜੀਨੀਅਰਿੰਗ ਕਰੇ, ਜੇ ਉਹ ਲੈਟਸ ਸੇ ਕਿਸੇ ਵੀ ਫੀਲਡ 'ਚ ਬੀਟੈਕ ਕਰਦੀ, ਤਾਂ ਬੜੇ ਆਰਾਮ ਨਾਲ ਉਹਨੇ 80-90 ਹਜ਼ਾਰ ਦੀ ਜੋਬ ਲੈ ਲੈਣੀ ਸੀ 4 ਸਾਲਾਂ ਬਾਅਦ, ਅਤੇ 80-90 ਹਜ਼ਾਰ ਪਰ ਮੰਥ 'ਤੇ ਕਰਜ਼ਾ ਵੀ ਨਹੀਂ ਚੜ੍ਹਨਾ ਸੀ। ਅਤੇ ਮੇ ਵੀ ਪਹਿਲੇ 5-7 ਸਾਲ ਜੋਬ ਕਰਕੇ, ਹੁਣ ਤੁਹਾਨੂੰ ਯਕੀਨ ਪਤਾ ਨਹੀਂ ਆਊਗਾ ਕਿ ਨਹੀਂ, ਨੋਇਡਾ ਦੇ ਵਿੱਚ ਮੈਂ ਇੱਦਾਂ ਦੇ ਕੁਛ ਮੇਰੇ ਸੀਨੀਅਰਸ ਹੈਗੇ ਆ, ਦੋਸਤ 1-2 ਆਪਣੇ ਕਾਲਜ ਦੇ ਵੀ ਹੈਗੇ ਆ, ਜਿਨ੍ਹਾਂ ਦੇ 90-90 ਲੱਖ ਰੁਪਇਆ ਸਾਲ ਦੀ ਸੈਲਰੀ ਆ ਇੱਥੇ ਇੰਡੀਆ 'ਚ ਰਹਿੰਦੇ ਹੋਏ। ਤਾਂ ਆਪਾਂ ਬਾਹਰ ਕਹਿੰਦੇ ਆ ਵੀ $1,00,000 ਸਾਲ ਦਾ ਮਿਲਦਾ, $1,00,000 ਦਾ ਮਤਲਬ 60 ਲੱਖ ਬਣਿਆ। ਇੰਡੀਆ 'ਚ ਵੀ ਮਿਲਦਾ ਜੀ, ਇੰਡੀਆ 'ਚ ਵੀ 1.25 ਲੱਖ ਮਿਲਦਾ। ਉਹਦੇ ਲਈ ਇਹ ਚਾਹੀਦਾ ਵੀ ਤੁਸੀਂ ਠਰਮੇ ਨਾਲ ਇੱਕ ਫੀਲਡ 'ਚ ਸਕਿੱਲ ਸੈੱਟ ਲੈ ਲਓ। ਇਹਨਾਂ ਨੂੰ 13 ਸਾਲ ਹੋਏ ਜਿਹੜੇ ਬੰਦੇ ਦੀ ਮੈਂ ਗੱਲ ਕਰ ਰਿਹਾ, 90 ਲੱਖ ਪੈਕੇਜ ਆ। ਤਾਂ ਜੋਬਸ ਦੀ ਕਮੀ ਹੈ ਨਹੀਂ ਗੀ। ਸਭ ਤੋਂ ਵੱਡੀ ਇੱਕ ਪ੍ਰੋਬਲਮ ਇਹ ਆ ਵੀ ਆਪਾਂ ਨੂੰ ਦਿੱਲੀ ਦੂਰ ਲੱਗਦਾ, ਟੋਰਾਂਟੋ ਨੇੜੇ ਲੱਗਦਾ, ਅਤੇ ਕੋਈ ਪ੍ਰੋਬਲਮ ਨਹੀਂ ਗੀ, ਟੋਰਾਂਟੋ ਵੀ ਜਾ ਸਕਦੇ ਹਾਂ, ਪਰ ਡਿਗਰੀ ਕਰਕੇ ਜਾਓ। ਹਾਂਜੀ, ਜਿਸ ਤਰ੍ਹਾਂ ਮੈਂ ਸਮਝ ਪਾ ਰਿਹਾ ਕਿ ਇੱਕ ਰਾ ਮਟੀਰੀਅਲ ਤੁਹਾਡੇ ਕੋਲ ਆਊਗਾ, ਅਤੇ ਉਸ ਤੋਂ ਬਾਅਦ 4 ਸਾਲ ਲਵਾ ਕੇ ਉਸ ਤੋਂ ਬਾਅਦ ਆਪਾਂ ਫਿਨਿਸ਼ਿੰਗ ਪ੍ਰੋਡਕਟ ਕੱਢ ਕੇ ਉਹਨੂੰ ਤਰਾਸ਼ ਕੇ ਇੱਕ ਚੰਗੀ ਮਾਰਕੀਟ ਜਿਹੜਾ ਉਹ ਭੇਜੀਏ। ਹਾਂਜੀ, ਤਰੱਕੀ ਦੇ ਵਿੱਚ ਆਪਾਂ ਬੱਚਿਆਂ ਨੂੰ ਜਿਹੜਾ ਉਹ ਇਹ ਵੀ ਦੱਸਾਂਗੇ ਕਿ ਉਹ ਕਿਸ ਜੋਬ ਲਈ ਕੈਪੇਬਲ ਹੈਗੇ ਆ। ਤਾਂ ਅੱਛਾ, ਪਰਟੀਕੂਲਰ ਬ੍ਰਾਂਚ ਵੀ ਹੈਗੀ ਜਿਹੜੀ ਤੁਸੀਂ ਜਿਸ ਵਾਸਤੇ ਕੰਮ ਮਤਲਬ ਕਰਨਾ ਚਾਹੁੰਦੇ ਹੋ ਤੁਸੀਂ, ਜਿਸ ਤੁਹਾਡਾ ਆਪਣਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੈਗਾ, ਅਤੇ ਪੂਰਾ ਵਰਲਡ ਇੱਥੇ ਕੰਮ ਕਰ ਰਿਹਾ, ਉਹਨੂੰ ਟ੍ਰੈਂਡਿੰਗ ਮਿਲਣਾ ਟੌਪਿਕ ਵੀ ਇਹੀ ਸਾਰੇ ਵਰਲਡ 'ਚ ਚੱਲ ਰਿਹਾ। ਕਿ ਪਰਟੀਕੂਲਰ ਆਪਾਂ ਕਿਸੇ ਮਤਲਬ ਕਿਸੇ ਲਈ ਕੰਪਨੀ ਲਈ ਆਪਾਂ ਜਾਂ ਕਿਸੇ ਪਰਟੀਕੂਲਰ ਫੀਲਡ ਵਿੱਚ ਆਪਾਂ ਉਹਨੂੰ ਤਿਆਰ ਕਰਾਂਗੇ। ਹਾਂਜੀ, ਇਹਦੇ 'ਚ ਨਾ ਅਸੀਂ ਤਰੱਕੀ ਪ੍ਰੋਜੈਕਟਸ, ਇੱਕ ਤਾਂ ਹੈਗਾ ਕਿ ਬੱਚਿਆਂ ਨਾਲ ਕੰਮ ਕਰਦੇ ਹਾਂ, ਇਹਦੇ ਤੋਂ ਇਲਾਵਾ ਅਸੀਂ ਐਮਪਲੋਇਰਸ ਨਾਲ ਵੀ ਕੰਮ ਕਰਦੇ ਹਾਂ। ਜਿੱਦਾਂ ਸਾਡੇ ਨੈਟਵਰਕ 'ਚ, ਜਿੱਦਾਂ ਹੁਣ ਮੇਰੇ ਨੈਟਵਰਕ 'ਚ 10 ਬੰਦੇ ਇੱਦਾਂ ਦੇ ਹੋਣੇ ਜਿਨ੍ਹਾਂ ਦੀਆਂ ਆਪਣੀਆਂ ਕੰਪਨੀਜ਼ ਹੈ, ਕਿਸੇ 'ਚ 5 ਬੰਦੇ ਕੰਮ ਕਰਦੇ, ਕਿਸੇ 'ਚ 500 ਕਰਦੇ ਆ। ਉਸੇ ਤਰ੍ਹਾਂ ਜਿਹੜੇ ਹੁਣ ਤਰੱਕੀ ਦੇ ਮੈਂਟਰ ਗਰੁੱਪ ਆ, ਉਹ 'ਚ 40 ਜਣੇ ਆ ਟੋਟਲ, 20-25 ਜਣੇ US 'ਚ ਵੀ ਹੈਗੇ ਆ, ਇੰਡੀਆ 'ਚ ਵੀ ਹੈਗੇ 15-20 ਜਣੇ। ਸੋ ਉਹਨਾਂ ਸਾਰਿਆਂ ਦੇ ਆਪੋ ਆਪਣੇ ਨੈਟਵਰਕਸ ਆ। ਸੋ ਅਸੀਂ ਇੱਕ ਐਮਪਲੋਇਰਸ ਦਾ ਨੈਟਵਰਕ ਉਹਨਾਂ ਦੇ ਥਰੂ ਬਣਾਇਆ। ਉਹ ਐਮਪਲੋਇਰਸ ਜਿਹੜੇ ਆ, ਜੋ ਉਹਨਾਂ ਨੂੰ ਚਾਹੀਦਾ, ਜਿੱਦਾਂ ਦੀ ਸਕਿੱਲ ਚਾਹੀਦੀ ਆ, ਉਹ ਪਹਿਲੀ ਤਾਂ ਚੀਜ਼ ਅਸੀਂ ਇਹਨਾਂ ਬੱਚਿਆਂ ਨੂੰ ਚਾਹੁੰਦੇ ਹਾਂ ਵੀ ਉੱਦਾਂ ਟ੍ਰੇਨ ਕਰੀਏ। 4 ਸਾਲਾਂ ਤੱਕ ਉਹ ਟ੍ਰੇਨ ਕਰਾਂਗੇ, ਜਿਹਦਾ ਸਾਨੂੰ ਐਕਸਪੀਰੀਅੰਸ ਵੀ ਹੈਗਾ ਪਿਛਲੇ 8 ਸਾਲਾਂ ਤੋਂ ਇੰਡੀਵਿਜੂਅਲ ਕੈਪੈਸਿਟੀ 'ਚ ਮੈਂ ਕਰਦਾ ਇੱਥੇ GNDC ਡੇਟਾ ਸਾਇੰਸ ਦੇ ਥਰੂ। ਦੂਸਰਾ ਇਹ ਆ ਵੀ ਜਿਹੜੇ ਇਹ ਬੱਚੇ ਆ, ਜਿੱਦਾਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਇਹ ਵਰਲਡ ਦੀ ਹਾਈਐਸਟ ਪੇਇੰਗ ਜੋਬ ਹੈ ਰਾਈਟ ਨਾਓ। ਇਹ ਫੋਰਬਸ ਮੈਗਜ਼ੀਨ ਦੇ ਵਿੱਚ 2021 'ਚ ਪਬਲਿਸ਼ ਹੋਇਆ। ਸੋ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਇਹ ਬੱਚੇ ਆ ਆਪਣੇ, ਆਮ ਤੌਰ 'ਤੇ ਇਹ ਹੁੰਦਾ ਨਾ ਵੀ ਜੇ ਕਿਸੇ ਬੱਚੇ ਨੂੰ ਕੋਈ ਮਾਇਕ ਸਹਾਇਤਾ ਕਰ ਰਿਹਾ, ਅਤੇ ਉਹਨੂੰ ਬੈਸਟ ਚੀਜ਼ ਨਹੀਂ ਮਿਲਣੀ, ਉਹਨੂੰ ਉਹ ਮਿਲਣਾ ਹੈ ਜੋ ਬਚਿਆ ਖੁਚਿਆ। ਸਾਨੂੰ ਇਹ ਲੱਗਦਾ, ਅਸੀਂ ਆਮ ਤੌਰ 'ਤੇ ਇੰਟਰਨਲ ਮੀਟਿੰਗਸ 'ਚ ਡਿਸਕਸ ਕਰ ਦਿੰਦੇ ਹਾਂ ਕਿ ਇਹ ਸਟੂਡੈਂਟ ਬੈਸਟ ਡਿਜ਼ਰਵ ਕਰਦੇ ਆ, ਅਤੇ ਉਹ ਇਹ ਆ ਵੀ ਇਹ ਬੈਸਟ ਪ੍ਰੋਫੈਸ਼ਨਸ ਦੇ ਵਿੱਚ ਜਾਣ।
ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਜਾਣ ਲਈ ਜ਼ਰੂਰੀ ਨਹੀਂ ਵੀ ਕੰਪਿਊਟਰ ਸਾਇੰਸ IT ਇਲੈਕਟ੍ਰੋਨਿਕਸ ਕੋਈ ਵੀ ਫੀਲਡ ਹੋ ਸਕਦਾ, ਮਕੈਨੀਕਲ ਵਾਲੇ ਵੀ ਜਾ ਸਕਦੇ ਆ, ਹਾਂਜੀ ਕਿਸੇ ਵੀ ਫੀਲਡ 'ਚ AI ਲੱਗ ਸਕਦੀ ਆ। ਸੋ ਇਹ ਆਪਣਾ ਫੋਕਸ ਆ। ਜਦੋਂ ਇਹ ਬੱਚੇ ਸਟਰੈਂਥਨ ਹੋ ਗਏ ਫਿਰ ਇਹ ਅੱਗੇ ਆਪਣੇ ਜੂਨੀਅਰਸ ਨੂੰ ਫਾਈਨੈਂਸ਼ੀਅਲੀ ਵੀ ਸਪੋਰਟ ਕਰਨਗੇ ਅਤੇ ਗਾਈਡ ਵੀ ਕਰਨਗੇ। ਪਰ ਹਜੇ ਸਾਡਾ ਪੂਰਾ ਫੋਕਸ ਹੈਗਾ ਵੀ ਇਹਨਾਂ ਨੂੰ ਬੈਸਟ ਜੋਬਸ ਤੱਕ ਪਹੁੰਚਾਉਣ ਦੀ ਕੋਈ ਹੈਲਪ ਕੀਤੀ ਜਾਵੇ ਜੀ। ਜਿਹੜੇ ਸਰੋਤੇ ਸਾਡੇ ਸੁਣ ਰਹੇ ਆ, ਜਿਹੜੇ ਬੱਚਿਆਂ ਨੇ ਹੁਣ +2 ਕਰ ਲਈ ਆ, ਉਹਨਾਂ ਲਈ ਮੈਨੂੰ ਲੱਗਦਾ ਕਿ ਇਹ ਗੱਲਬਾਤ ਸਾਡੀ ਬੜੀ ਲਾਹੇਵੰਦ ਹੋਏਗੀ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਬੱਚੇ ਫਾਈਨੈਂਸ਼ੀਅਲੀ ਵੀਕ ਹੁੰਦੇ ਆ, ਉਹਨਾਂ ਦੀ ਫੈਮਿਲੀ ਨਹੀਂ ਅਫੋਰਡ ਕਰ ਸਕਦੀ, ਤਾਂ ਉਹ ਇਸ ਗੱਲ ਕਰਕੇ ਰਹਿ ਜਾਂਦੇ ਆ ਕਿ ਅਸੀਂ ਨਹੀਂ ਭਰ ਸਕਦੇ ਤਾਂ ਮੈਂ ਇਹ ਕੋਰਸ ਕਰ ਹੀ ਨਹੀਂ ਸਕਦਾ। ਪਰਸਨਲੀ ਮੈਨੂੰ ਕਾਫੀ ਬੱਚੇ ਇੱਦਾਂ ਦੇ ਮਿਲਦੇ ਆ, ਜਦੋਂ ਗੱਲਬਾਤ ਉਹਨਾਂ ਨਾਲ ਕਰਦੇ ਆ, ਪੁੱਛਦੇ ਆ ਕਿ ਜੇ ਤੁਹਾਨੂੰ ਅਸੀਂ ਫਾਈਨੈਂਸ਼ੀਅਲੀ ਹੈਲਪ ਕਰੀਏ ਤਾਂ ਤੁਸੀਂ ਇਹ ਕਰੋਗੇ, ਤਾਂ ਬੱਚਿਆਂ ਦੇ ਜਵਾਬ ਜਿਹੜਾ ਉਹ ਹਾਂ ਹੁੰਦਾ। ਅੱਛਾ। ਸੋ ਪ੍ਰੋਜੈਕਟ ਵਿੱਚ ਜੇ ਗੱਲ ਕਰੀਏ ਤਾਂ ਆਪਾਂ ਬੱਚਿਆਂ ਨੂੰ ਸਪੋਰਟ ਦੇ ਕੇ ਫਾਈਨੈਂਸ਼ੀਅਲੀ, ਉਸ ਤੋਂ ਬਾਅਦ ਉਹਨਾਂ ਨੂੰ ਕੋਈ ਵਾਪਸੀ ਦਾ ਵੀ ਹੈ ਕੁਛ, ਜਾਂ ਫਿਰ ਇੱਕ ਵਾਰੀ ਦੇਤੀ ਹੈਲਪ ਕਰ ਦਿੱਤੀ ਉਹਨਾਂ ਦੀ ਤਾਂ ਦੈਟਸ ਇਟ? ਅਸੀਂ ਆਮ ਤੌਰ 'ਤੇ ਬੱਚਿਆਂ ਨਾਲ ਇਹ ਗੱਲ ਕਰਦੇ ਹੁੰਦੇ ਹਾਂ ਕਿ ਤੁਸੀਂ ਜਦੋਂ ਮਤਲਬ ਮੈਂ ਉਹਨਾਂ ਦੇ ਫੇਸ ਐਕਸਪ੍ਰੈਸ਼ਨ ਵੇਖਦਾ ਹੁੰਦਾ ਅਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਮੈਂ ਉਹਨਾਂ ਦੇ ਸ਼ੂਜ਼ ਦੇ ਵਿੱਚ ਆਪ ਜਾ ਕੇ ਦੇਖਾਂ, ਵੀ ਉਹਨਾਂ ਦੇ ਪੁਆਇੰਟ ਆਫ ਵਿਊ ਨਾਲ ਦੇਖਾਂ, ਨਜ਼ਰੀਏ ਨਾਲ, ਵੀ ਕੋਈ ਸਾਹਮਣੇ ਬੈਠਾ ਮੈਨੂੰ ਕਹਿ ਰਿਹਾ ਵੀ ਕਾਕਾ ਤੇਰੀ BTech ਦੀ ਫੀਸ ਭਰ ਦਾਂਗੇ, ਕੋਈ ਗੱਲ ਨਹੀਂ। ਤਾਂ ਉਹਨਾਂ ਨੂੰ ਇੱਕ ਅੰਦਰ ਇਹ ਚੀਜ਼ ਵੀ ਫੀਲ ਕਿਤੇ ਨਾ ਕਿਤੇ ਹੁੰਦੀ ਆ ਵੀ ਸ਼ਾਇਦ ਸਾਨੂੰ ਇਸ ਚੀਜ਼ ਦੀ ਲੋੜ ਨਾ ਹੀ ਪੈਂਦੀ ਵੀ ਕੋਈ ਸਾਡੀ ਹੈਲਪ ਕਰ ਰਿਹਾ। ਤਾਂ ਉਹਨਾਂ ਬੱਚਿਆਂ ਨੂੰ ਫਿਰ ਮੈਂ ਇਹ ਕਹਿੰਦਾ ਹੁੰਦਾ ਵੀ ਤੁਸੀਂ ਇਹ ਸਮਝੋ ਵੀ ਤੁਹਾਡਾ ਕੋਈ ਵੱਡਾ ਭੈਣ ਭਰਾ ਉਹ ਹੁਣ ਨੌਕਰੀ 'ਤੇ ਲੱਗਿਆ, ਉਹ ਤੁਹਾਡੀ ਬਾਂਹ ਫੜ ਕੇ ਤੁਹਾਨੂੰ ਕਹਿ ਰਿਹਾ ਵੀ ਤੂੰ ਵੀ ਆ ਜਾ, ਅਤੇ ਸਾਨੂੰ ਤੁਸੀਂ ਇਸ ਤਰੀਕੇ ਨਾਲ ਕੰਸੀਡਰ ਕਰੋ ਤਾਂ ਕਿ ਤੁਸੀਂ ਆਪਦੇ ਛੋਟੇ ਭੈਣ ਭਰਾਵਾਂ ਦੀ ਬਾਂਹ ਫੜ ਸਕੋ। ਪਹਿਲੀ ਚੀਜ਼ ਇਹ। ਦੂਜੀ ਚੀਜ਼ ਜਿਹੜੀ ਵਾਪਸੀ ਤੁਸੀਂ ਗੱਲ ਕੀਤੀ ਹੈ ਨਾ, ਉਹ ਬੱਚਿਆਂ ਨੂੰ ਅਸੀਂ ਕਹਿੰਦੇ ਹੁੰਦੇ ਹਾਂ ਵੀ ਇਹਦੇ 'ਚ ਆਪਾਂ ਤੁਹਾਨੂੰ ਕੋਈ ਲੀਗਲ ਓਬਲੀਗੇਸ਼ਨ ਨਹੀਂ ਗੀ, ਇੱਕ ਫਾਰਮ ਜ਼ਰੂਰ ਤੁਸੀਂ ਭਰਨਾ ਹੁੰਦਾ, ਬਟ ਉਹ ਇੱਦਾਂ ਨਹੀਂ ਗਾ ਕਿ ਤੁਸੀਂ ਲੋਨ ਲੈ ਰਹੇ ਹੋ ਕਿਤੋਂ, ਇਹ ਹੈਗਾ ਇੰਟਰਸਟ ਫਰੀ ਲੋਨ ਹੀ ਆ। ਜਿੰਨੇ ਵੀ ਪੈਸੇ ਲੈਟਸ ਸੇ ਕਿਸੇ ਬੱਚੇ ਦੀ ਡਿਗਰੀ 'ਤੇ 4 ਲੱਖ ਰੁਪਏ ਲੱਗਦਾ, ਉਹ ਇੰਟਰਸਟ ਫਰੀ ਲੋਨ ਆ ਕਿ ਉਹ 4 ਲੱਖ ਉਹਨੇ ਵਾਪਸ ਕਰਨਾ ਹੈ। ਪਰ ਉਹ ਵਾਪਸ ਕਿਸ ਫਾਰਮ 'ਚ ਉਹਨੇ ਕਿਸ ਫਾਰਮ 'ਚ ਕਰਨਾ ਆ, ਉਹ ਇਹ ਆ ਕਿ ਉਹ ਬੱਚੇ ਤੋਂ ਅਸੀਂ ਐਕਸਪੈਕਟ ਕਰਦੇ ਹਾਂ, ਉਹਨੂੰ ਲੀਗਲ ਨੋਟਿਸ ਨਹੀਂ ਭੇਜਾਂਗੇ, ਉਹਨੂੰ ਉਹਦਾ ਐਕਸਪੈਕਟ ਕਰਦੇ ਹਾਂ ਵੀ ਉਹ ਜਦੋਂ ਡਿਗਰੀ ਕਰ ਜੂਗਾ, ਨੌਕਰੀ ਲੱਗ ਜੂਗਾ, ਉਹ ਆਪਣੇ ਵਰਗੇ ਇੱਕ ਹੋਰ ਬੱਚੇ ਦੀ ਫੀਸ ਭਰ ਦੇ। ਬਿਲਕੁਲ, ਇਹ ਜ਼ਰੂਰੀ ਵੀ ਬਣਦਾ ਜਦੋਂ ਆਪਾਂ ਕਿਸੇ ਨੂੰ ਕਹਿ ਰਹੇ ਹਾਂ ਕਿ ਅੱਜ ਤੁਹਾਡੀ ਅਸੀਂ ਸਹਾਇਤਾ ਕਰ ਰਹੇ ਹਾਂ, ਅਤੇ ਕੱਲ੍ਹ ਨੂੰ ਫਿਰ ਉਹਦੀ ਜ਼ਿਆਦਾ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਮੈਂ ਵੀ ਆਪਣੇ ਆਪ ਕਵੇ ਕਿ ਮੈਂ ਵੀ ਇੱਕ ਨੂੰ ਨਹੀਂ ਅਤੇ ਕਈਆਂ ਨੂੰ ਪੜ੍ਹਾਵਾਂ ਜਦੋਂ ਉਹ ਪੜ੍ਹ ਕੇ ਕਿਤੇ ਜੋਬ ਲੱਗ ਜੇ। ਹਾਂਜੀ। ਸੋ ਇਹ ਪ੍ਰਾਇਮਰੀ ਰਿਸਪੋਂਸੀਬਿਲਿਟੀ ਵੈਸੇ ਤਾਂ ਹਰ ਇੱਕ ਇਨਸਾਨ ਦੀ ਹੋਣੀ ਚਾਹੀਦੀ ਆ, ਪਰ ਜਿਹੜੇ ਹੈਲਪ ਲੈ ਕੇ ਕਵਾਂਗੇ ਕਿ ਉਹਨਾਂ ਦੀ ਜ਼ਿਆਦਾ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ ਕਿਤੇ ਨਾ ਕਿਤੇ। ਹਾਂਜੀ, ਨਾਲੇ ਇਹਦੇ 'ਚੋਂ ਮੈਨੂੰ ਇਹ ਪੂਰੀ ਉਮੀਦ ਆ ਵੀ ਜੇ ਮੰਨ ਲਓ ਅਗਲੇ 4 ਸਾਲਾਂ 'ਚ ਆਪਾਂ 500 ਬੱਚੇ ਨੂੰ ਸਪੋਰਟ ਕਰਦੇ ਹਾਂ, ਤਰੱਕੀ ਪਲੇਟਫਾਰਮ ਹੈਲਪ ਕਰਦਾ, ਤਾਂ ਉਹ 500 'ਚੋਂ 5 ਇੱਦਾਂ ਦੇ ਹੋਣਗੇ ਜਿਹੜੇ ਹਜ਼ਾਰ ਬੱਚੇ ਨੂੰ ਪੜ੍ਹਾਉਣਗੇ, ਜਿਹੜੇ ਬਹੁਤ ਸਮਰੱਥਾ ਰੱਖਦੇ ਹੋਣਗੇ, ਜਿਹੜੇ ਪਾਵਰ ਇੰਜਨਸ ਹੋਣਗੇ, ਜ਼ਿਆਦਾ ਵੀ ਹੋ ਸਕਦੇ ਆ, ਬਟ ਉਹ ਕੁਛ ਇੱਦਾਂ ਦੇ ਵੀ ਹੋਣਗੇ ਜਿਹੜੇ ਸਾਡੇ ਤੋਂ 100 ਗੁਣਾ ਵੱਧ ਸਕਸੈਸਫੁਲ ਹੋ ਜਾਣਗੇ ਅਤੇ 100 ਗੁਣਾ ਵੱਡੀਆਂ ਚੀਜ਼ਾਂ ਕਰ ਸਕਣਗੇ। ਜਿੱਦਾਂ ਕੋਈ ਸਕੂਲ ਵਾਲੇ ਬੱਚੇ ਸਾਨੂੰ ਸੁਣ ਰਹੇ ਨੇ ਤਾਂ ਉਹ ਤੁਹਾਡੇ ਨਾਲ ਸੰਪਰਕ ਕਰਨਾ ਚਾਹੁਣ ਤਾਂ ਕਿਸ ਤਰ੍ਹਾਂ ਕਰ ਸਕਦੇ ਆ? ਕੋਈ ਤੁਹਾਡੀ ਵੈਬਸਾਈਟ ਆ ਜਾਂ ਫ਼ੋਨ ਨੰਬਰ ਹੈ ਜਾਂ ਕੋਈ ਵੀ, ਕਿਸ ਤਰ੍ਹਾਂ ਤੁਹਾਡੇ ਨਾਲ ਕੰਟੈਕਟ ਕਰਨ? ਹਾਂਜੀ, ਇਹਦੇ 2 ਤਰੀਕੇ ਆ। ਇੱਕ ਤਾਂ ਅਸੀਂ ਗੂਗਲ ਫਾਰਮ ਬਣਾਇਆ ਹੋਇਆ, ਉਹ ਵੈਬਸਾਈਟ ਦੇ ਉੱਤੇ ਪਬਲਿਸ਼ ਹੋ ਜਾਊਗਾ ਹੁਣ, ਬਟ ਸਭ ਤੋਂ ਸੌਖਾ ਤਰੀਕਾ ਹੈਗਾ ਬੱਚਿਆਂ ਲਈ, ਉਹ ਇੱਕ WhatsApp ਨੰਬਰ 'ਤੇ WhatsApp ਮੈਸੇਜ ਕਰ ਸਕਦੇ ਆ। ਉਹ ਨੰਬਰ ਹੈਗਾ 82902 23100 82902 23100। ਤਾਂ ਇਹ ਨੰਬਰ ਹੈਗਾ ਆ WhatsApp ਤਰੱਕੀ ਦਾ। ਉੱਥੇ ਆਪਣਾ ਬੱਚੇ ਨਾਮ ਲਿਖ ਕੇ ਭੇਜ ਦੇਣ ਜਾਂ ਆਪਣੇ ਐਡਰੈਸ ਜਾਂ ਸਕੂਲ ਦਾ ਕੋਈ ਪਰਸੈਂਟੇਜ? ਹਾਂਜੀ, ਆਪਣਾ ਨਾਮ ਅਤੇ ਸਕੂਲ ਦਾ ਨਾਮ ਵੀ, ਕਿਹੜੇ ਸਕੂਲ ਤੋਂ ਉਹਨਾਂ ਨੇ, ਜੇ ਉਹਨਾਂ ਨੇ ਇਸ ਵਾਰੀ ਨੋਨ ਮੈਡੀਕਲ 'ਚ +2 ਕੀਤੀ ਆ ਤਾਂ ਉਹ ਆਪਣਾ ਨਾਮ ਅਤੇ ਸਕੂਲ ਦਾ ਨਾਮ ਲਿਖ ਕੇ ਅਤੇ ਛੋਟਾ ਜਿਹਾ ਮੈਸੇਜ, ਜੋ ਵੀ ਉਹ ਮੈਸੇਜ ਦੇਣਾ ਚਾਹੁਣ ਵੀ ਅਸੀਂ BTech ਕਰਨਾ ਚਾਹੁੰਦੇ ਹਾਂ ਜਾਂ ਫਿਰ ਕਿਸੇ ਹੋਰ ਤਰ੍ਹਾਂ ਦੇ ਉਹਨਾਂ ਨੂੰ ਕੋਈ ਗਾਈਡੈਂਸ ਚਾਹੀਦੀ ਆ, ਫਾਈਨੈਂਸ਼ੀਅਲ ਹੈਲਪ ਚਾਹੀਦੀ ਆ, ਵਟਐਵਰ, ਉਹ ਲਿਖ ਕੇ ਭੇਜ ਦੇਣ। ਫਿਰ ਉੱਥੋਂ ਜਿਹੜੀ WhatsApp ਹੈਲਪਲਾਈਨ ਹੈ ਉਹਨਾਂ ਨੂੰ ਇੱਕ ਫਾਰਮ ਦਾ ਲਿੰਕ ਭੇਜ ਦਾਂਗੇ। ਉਹ ਛੋਟਾ ਜਿਹਾ ਫਾਰਮ ਹੈ, 4-5 ਕੁਐਸਚਨ ਹੈ, ਉਹ ਭਰ ਦੇਣਗੇ ਅਤੇ ਫਿਰ ਉਹਨਾਂ ਨੂੰ ਇੱਕ ਦਿਨ GNE ਕਾਲਜ ਬੁਲਾ ਕੇ ਅਤੇ ਜਾਂ ਫਿਰ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਤਾਂ ਕਿ ਉਹਨਾਂ ਦੇ ਸਾਨੂੰ ਏਮ ਪਤਾ ਲੱਗਣ, ਉਹਨਾਂ ਦੀਆਂ ਮੁਸ਼ਕਿਲਾਂ ਪਤਾ ਲੱਗਣ ਅਤੇ ਉਹਨਾਂ ਦਾ ਜਿਹੜਾ ਕਿਸੇ ਨਾ ਕਿਤੇ ਸਲਿਊਸ਼ਨ ਜਿਹੜਾ ਉਹ ਕੱਢਿਆ ਜਾ ਸਕੇ। ਹਾਂਜੀ, ਇਸੇ ਕਰਕੇ ਜੀ। ਚਲੋ, ਜੋ ਤੁਸੀਂ ਜਿਹੜੇ ਬੱਚੇ ਹੁਣ ਸਕੂਲ ਦੇ ਵਿੱਚੋਂ ਨਿਕਲ ਰਹੇ ਨੇ ਅਤੇ ਕਾਲਜਾਂ ਵੱਲ ਨੂੰ ਆ ਰਹੇ ਨੇ, ਤਾਂ ਤੁਸੀਂ ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੋ ਉਹਨਾਂ ਨੂੰ? ਹਾਂਜੀ, ਸੋ ਇੱਕ ਤਾਂ ਬੱਚਿਆਂ ਲਈ ਤਾਂ ਮੈਸੇਜ ਇਹ ਆ, ਜਿਹੜੀ ਅਸੀਂ ਆਮ ਤੌਰ 'ਤੇ ਬੱਚਿਆਂ ਨੂੰ ਸਕੂਲਾਂ 'ਚ ਜਾ ਕੇ ਵੀ ਰਿਕੁਐਸਟ ਕਰਦੇ ਹੁੰਦੇ ਹਾਂ ਕਿ ਤੁਸੀਂ ਜੇ ਤੁਸੀਂ ਬਾਹਰ ਜਾਣ ਦਾ ਡਰੀਮ ਹੈਗਾ ਆ ਤਾਂ ਅਸੀਂ ਤੁਹਾਡੀ ਉਹਦੇ 'ਚ ਹੈਲਪ ਕਰ ਸਕਦੇ ਹਾਂ, ਕਿਉਂਕਿ
ਜਿੰਨੇ ਵੀ ਬੰਦਿਆਂ ਨੂੰ ਮੈਂ ਜਾਣਦਾ ਜਿਹੜੇ ਮੇਰੇ ਨਾਲ ਕੰਮ ਕਰਦੇ ਆ, ਈਵਨ ਮੈਂ ਆਪ ਵੀ, ਸਾਲ 'ਚ 1 ਜਾਂ 2 ਕੰਪਨੀਆਂ ਸਾਨੂੰ ਜ਼ਰੂਰ ਈਮੇਲ ਕਰ ਦਿੰਦੀਆਂ ਕਿ ਤੁਸੀਂ ਇੱਥੇ ਆਓ, ਸਾਡੇ ਲਈ ਕੰਮ ਕਰੋ। ਉਹ ਟਿਕਟ ਦੇ ਪੈਸੇ ਤੱਕ ਵੀ ਆਪ ਦਿੰਦੀਆਂ। ਅੱਛਾ ਜੀ। ਜਿੱਦਾਂ ਮੈਂ ਤੁਹਾਨੂੰ ਰੀਸੈਂਟ ਦੱਸ ਦਿੰਦਾ ਆ, ਫੇਸਬੁੱਕ ਉਹ ਤਾਂ ਹਰ ਸਾਲ ਹੀ ਕਰ ਦਿੰਦੇ ਆ। ਹਾਂਜੀ, ਤਾਂ ਉਹਨਾਂ ਨੇ ਆਪਸ਼ਨ ਦਿੱਤਾ ਹੈ ਕਿ ਤੁਸੀਂ 9 ਕੰਟਰੀਆਂ ਦੇ ਵਿੱਚੋਂ ਕਿਸੇ ਵੀ ਕੰਟਰੀ 'ਚ ਆ ਜਾਓ। ਇੱਕ ਤਾਂ UK ਆ, ਇੱਕ ਕੈਨੇਡਾ ਆ, 7 ਕੰਟਰੀਆਂ ਯੂਰਪ ਦੀਆਂ ਆ, ਸਵੀਡਨ, ਬੈਲਜੀਅਮ। ਹਾਂਜੀ, ਤੁਸੀਂ ਸਾਡੇ ਕਿਸੇ ਵੀ ਆਫਿਸ 'ਚ ਕੰਮ ਕਰਨਾ ਚਾਹੋ ਤਾਂ ਆ ਸਕਦੇ ਹੋ। ਇਹ ਉਦੋਂ ਹੋਊਗਾ, ਇਹ ਜਿੱਦਾਂ ਹੁਣ ਮੈਂ ਜਿਹੜਾ ਟਿੱਬਿਆਂ ਵਾਲੇ ਸ਼ਹਿਰ 'ਚੋਂ ਆ ਕੇ ਇੱਕ ਜੇ ਮੈਂ ਕੰਮ ਕਰ ਸਕਦਾ। ਕਿੰਨੀ ਵਾਰੀ ਤੁਹਾਨੂੰ ਜਿਹੜੀ ਉਹਨਾਂ ਵੱਲੋਂ ਆ ਗਈ ਆ ਮੇਲ? 4 ਵਾਰੀ ਆ ਗਈ ਹੈ ਜੀ ਹੁਣ ਤੱਕ। ਤੇ ਮੈਂ ਤਾਂ ਮੌਕਾ ਛੱਡਦੇ ਨਹੀਂ ਆ ਕਿ ਜਾਣਦਾ। ਫਿਰ ਤੁਸੀਂ ਕਿੱਦਾਂ? ਨਹੀਂ, ਮੇਰਾ ਤਾਂ ਇਹ ਹੈ ਜੀ, ਮੈਨੂੰ ਲੱਗਦਾ ਹੈ ਵੀ ਹਜੇ ਥੋੜ੍ਹਾ ਹੋਰ ਟਾਈਮ ਸਪੈਂਡ ਕਰਨਾ ਚਾਹੀਦਾ ਬੱਚਿਆਂ ਨਾਲ, ਪੰਜਾਬ ਨਾਲ। ਬਿਲਕੁਲ, ਇਹ ਜ਼ਰੂਰੀ ਆ ਵੀ ਜਦੋਂ ਅਸੀਂ ਕਿਤੇ ਆਪਣਾ ਉੱਪਰ ਪਹੁੰਚ ਜਾਂਦਾ, ਪਿੱਛੇ ਆਪਣੇ ਵੀ ਵੱਲ ਦੇਖੀਏ ਤੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਉਹਨਾਂ ਨੂੰ ਵੀ ਉਹਨਾਂ ਪੌੜੀਆਂ ਦੇ ਉੱਤੇ ਜ਼ਰੂਰ ਚੜ੍ਹਾਈਏ ਨਾ। ਇਹ ਬਹੁਤ ਵੱਡੀ ਗੱਲ ਹੈ। ਇਹ ਮੈਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸਣਾ ਚਾਹੂੰਗਾ ਕਿ ਫੇਸਬੁੱਕ ਵੱਲੋਂ ਉਹਨਾਂ ਨੂੰ 4ਥੀ ਵਾਰੀ ਜਿਹੜੀ ਮੇਲ ਆ ਗਈ ਆ ਤੇ ਕਿੰਨੀਆਂ ਕੰਟਰੀਆਂ 'ਚ ਉਹ ਕੰਮ ਕਰ ਸਕਦੇ ਆ ਜਾ ਕੇ ਜੇ ਕਰਨਾ ਚਾਹਣ। ਪਰ ਫਿਰ ਵੀ ਪੰਜਾਬ ਦੇ ਵਿੱਚ ਰਹਿ ਕੇ ਉਹਨਾਂ ਬੱਚਿਆਂ ਦੇ ਲਈ ਜਿਹੜਾ ਉਹ ਜ਼ਰੂਰ ਸੋਚ ਰਹੇ ਨੇ, ਜਿਹੜੇ ਅੱਜ ਜਿਨ੍ਹਾਂ ਨੂੰ ਕੋਈ ਗਾਈਡੈਂਸ ਨਹੀਂ ਹੈ, ਗਾਈਡ ਕਰਕੇ ਉਹਨਾਂ ਨੂੰ ਉਹਨਾਂ ਦੀ ਬਾਂਹ ਫੜ ਕੇ ਉਹਦੀ ਫਾਈਨੈਂਸ਼ੀਅਲ ਹੈਲਪ ਕਰਕੇ ਉਹਨਾਂ ਨੂੰ ਅੱਗੇ ਲੈ ਜਾਣਾ ਚਾਹੁੰਦੇ ਆ। ਇਹ ਵੀ ਮੈਂ ਤਾਂ ਕਰ ਪਾ ਰਿਹਾ ਜੀ, ਜੇ ਤੁਸੀਂ ਕਹੋ ਵੀ ਮੈਂ ਕੋਈ ਕੁਰਬਾਨੀ ਕਰ ਰਿਹਾ, ਇਹ ਇੱਦਾਂ ਦਾ ਕੁਛ ਨਹੀਂ ਗਾ। ਇਹ ਤਾਂ ਕਰ ਪਾ ਰਿਹਾ ਕਿਉਂਕਿ ਆਈ ਕੈਨ ਅਰਨ ਡੀਸੈਂਟ। ਮੈਂ ਮਤਲਬ ਠੀਕ ਵਧੀਆ ਜੋਬ 'ਚ ਹੈਗਾ। ਜੇ ਮੈਂ ਵਧੀਆ ਜੋਬ 'ਚ ਨਾ ਹੁੰਦਾ ਤਾਂ ਮੈਨੂੰ ਲੱਗਣਾ ਸੀ ਵੀ ਮੈਂ ਚਲਾ ਜਾਵਾਂ ਹੁਣ ਇੱਥੋਂ। ਤਾਂ ਉਹ ਵਧੀਆ ਜੋਬ 'ਚ ਜਾਣ ਦਾ ਤਰੀਕਾ ਕੀ ਆ? ਉਹ ਤਰੀਕਾ ਹੈਗਾ ਹੈ ਕਿ BTech ਕਰ ਸਕਦੇ ਹੋ ਤੁਸੀਂ। ਮੈਂ GNE ਕਾਲਜ ਤੋਂ BTech ਕੀਤੀ ਆ, ਜਾਂ ਤੁਸੀਂ ਹੋਰ ਕੋਈ ਪ੍ਰੋਫੈਸ਼ਨਲ ਡਿਗਰੀ ਟੌਪ 5% ਯੂਨੀਵਰਸਿਟੀ ਜਾਂ ਕਾਲਜਿਸ ਤੋਂ ਕਰੋ। ਤਾਂ ਇੱਕ ਤਰੀਕਾ ਇਹ ਆ ਜਿਹੜਾ ਸਕਸੈਸਫੁਲ ਹੋਣ ਦਾ। ਉਹਦੇ ਨਾਲ ਜੇ ਆਪਾਂ ਇੱਕ ਤਾਂ ਆਪਾਂ ਆਪ ਸਕਸੈਸਫੁਲ ਹੋ ਰਹੇ ਹਾਂ, ਜੇ ਆਪਾਂ ਇੱਥੇ ਰਹਿ ਕੇ ਡਿਗਰੀ ਕਰ ਰਹੇ ਹਾਂ, ਉਸ ਤੋਂ ਬਾਅਦ ਬਹੁਤ ਵਾਰੀ ਇੱਦਾਂ ਹੁੰਦਾ ਵੀ ਆਪਾਂ ਨੂੰ ਜਾਣ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ। ਜਦੋਂ ਉਹ ਹੋਊਗਾ ਉਹਦੇ ਵਿੱਚ ਫਿਰ ਹੁਣ ਨੇਸ਼ਨ ਬਿਲਡਿੰਗ ਵਾਲੀ ਗੱਲ ਹੈ ਵੀ ਤਾਂ ਆਪਾਂ ਪੰਜਾਬ ਲਈ, ਆਪਣੀ ਕੰਟਰੀ ਲਈ ਕੰਮ ਕਰ ਸਕਾਂਗੇ। ਤਾਂ ਉਹ ਆਪਾਂ ਤਾਂ ਹੀ ਕਰ ਸਕਾਂਗੇ। ਆਪਾਂ ਆਮ ਤੌਰ 'ਤੇ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਤਾਂ ਕੁਛ ਰਿਹਾ ਨਹੀਂ, ਆਪਾਂ ਰਵਾਂਗੇ ਤਾਂ ਹੀ ਪੰਜਾਬ 'ਚ ਕੁਛ ਰਹਿਣਾ, ਤਾਂ ਹੀ ਕੁਛ ਬਣੂਗਾ। ਸੋ ਮੇਰਾ ਇਹੀ ਬੇਨਤੀ ਆ ਬੱਚਿਆਂ ਨੂੰ, ਜੇ ਤੁਸੀਂ ਸਪੈਸ਼ਲੀ ਤੁਸੀਂ ਪਿੰਡਾਂ ਵਾਲੇ ਗੌਰਮੈਂਟ ਸਕੂਲਸ ਤੋਂ ਹੋ ਤਾਂ ਤੁਸੀਂ ਜ਼ਰੂਰ 8290223100 'ਤੇ ਮੈਸੇਜ ਕਰਕੇ ਇੱਕ ਵਾਰੀ ਸਲਾਹ ਲੈ ਸਕਦੇ ਹੋ। ਫਿਰ ਅਸੀਂ ਤੁਹਾਨੂੰ ਦੱਸ ਸਕਦੇ ਹਾਂ। ਅਤੇ ਜੇ ਤੁਸੀਂ ਇੰਜੀਨੀਅਰਿੰਗ ਕਰਨਾ ਚਾਹੁੰਦੇ ਹੋ ਤਾਂ ਫਿਰ ਉਹਦੇ ਵਿੱਚ ਵੀ ਤਰੱਕੀ ਤੁਹਾਨੂੰ ਹੈਲਪ ਕਰ ਸਕਦਾ। ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੂੰਗਾ ਕਿ ਤੁਸੀਂ ਚਾਹੇ ਉਹ 10ਵੀਂ ਕੀਤੀ ਹੈ ਬੱਚਿਓ, ਚਾਹੇ ਤੁਸੀਂ +2 ਕੀਤੀ ਆ, ਭਾਵੇਂ ਤੁਸੀਂ ਬਾਹਰ ਵੀ ਜਾਣਾ ਚਾਹੁੰਦੇ ਹੋ, ਅਸੀਂ ਤੁਹਾਨੂੰ ਰੋਕਦੇ ਨਹੀਂ ਹੈ। ਪਰ ਤੁਸੀਂ ਇੱਕ ਵਾਰੀ ਜ਼ਰੂਰ ਉਹ ਚੀਜ਼ਾਂ ਪੁੱਛੋ ਤੁਹਾਡੇ ਲਈ ਜਿਹੜੀਆਂ ਇੱਥੇ ਵੀ ਲਾਹੇਵੰਦ ਨੇ, ਚਾਹੇ ਉਹ ਬਾਹਰ ਜਾ ਕੇ ਵੀ ਹੈਗੀਆਂ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ +2 ਤੋਂ ਬਾਅਦ ਜਿਹੜਾ ਉਹ ਜਾਓ ਚਾਹੇ ਨਾ ਜਾਓ, ਪਰ ਤੁਹਾਨੂੰ ਆਪਣੇ ਕੈਰੀਅਰ ਬਾਰੇ ਉਹ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਕਿ ਤੁਸੀਂ ਉੱਥੇ ਜਾ ਕੇ ਕੀ ਕਰੋਗੇ, ਇੱਥੇ ਕੀ ਸਾਡੇ ਕੋਲ ਅਪੋਰਚੁਨਿਟੀਜ਼ ਹੈ। ਇੱਥੇ ਬਹੁਤ ਸਾਰੀਆਂ ਜੋਬ, ਜਿੱਦਾਂ ਨਵਜੋਤ ਨੇ ਦੱਸਿਆ ਕਿ ਇੱਥੇ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਜੋਬਸ ਹੈਗੀਆਂ ਜਿੱਥੇ ਤੁਸੀਂ ਇੱਥੇ ਵੀ ਲੱਖਾਂ ਰੁਪਈਆ ਜਿਹੜਾ ਉਹ ਕਮਾ ਸਕਦੇ ਹੋ, ਬਜਾਏ ਕਿ ਤੁਸੀਂ ਬਾਹਰ ਜਾਣ ਦੇ। ਜੇ ਤੁਸੀਂ ਜਾਣਾ ਹੀ ਆ ਤਾਂ ਤੁਸੀਂ ਐਟਲੀਸਟ ਉਹ ਜਿਹੜਾ ਗ੍ਰੈਜੂਏਟ ਹੋ ਕੇ ਜਾਓ ਅਤੇ ਇੱਕ ਚੰਗੀ ਜਿਹੜੀ ਆ ਲਾਈਫ ਆਪਣੇ ਪਰਿਵਾਰ ਦੀ ਤੁਸੀਂ ਜਿਹੜੀ ਆ ਉਹ ਕਰ ਸਕਦੇ ਹੋ। ਅਤੇ ਮੈਨੂੰ ਲੱਗਦਾ ਕਿ ਜਿੱਥੇ ਪਰਿਵਾਰ ਦੀ ਕਰਨੀ ਆ ਉੱਥੇ ਉਹ ਸਮਾਜ ਦੀ ਕਰਨੀ ਵੀ ਬਹੁਤ ਜ਼ਰੂਰੀ ਹੈ, ਜੋ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਦੱਸਿਆ ਕਿ ਜਿਸ ਤਰ੍ਹਾਂ ਇਹ ਨਵਜੋਤ ਉਹਨੇ ਕਰ ਰਿਹਾ ਅਤੇ ਇੱਦਾਂ ਦੀ ਜਿਹੜੇ ਹੋਰ ਨਵਜੋਤ ਜਿਹੜੇ ਉਹ ਪੈਦਾ ਹੋ ਕੇ ਉਹਨਾਂ ਬੱਚਿਆਂ ਦੀ ਅੱਗੇ ਨਾ ਅੱਗੇ ਜਿਹੜੀ ਉਹ ਚੇਨ ਉਹ ਚਲਾਉਂਦੇ ਰਹਿਣ। ਸੋ ਇੱਥੇ ਇੰਟਰਵਿਊ ਖਤਮ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਨਵਜੋਤ, ਤੁਸੀਂ ਸਾਡੇ ਨਾਲ ਬਹੁਤ ਹੀ ਵੱਡਮੁੱਲੀਆਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ। ਮੈਨੂੰ ਪੂਰਨ ਆਸ ਵੀ ਹੈਗੀ ਆ ਕਿ ਬੱਚੇ, ਵਿਦਿਆਰਥੀ, ਉਹਨਾਂ ਦੇ ਮਾਪੇ ਇਹਨੂੰ ਜ਼ਰੂਰ ਸੁਣਨਗੇ ਅਤੇ ਉਹ ਤੁਹਾਡੇ ਨਾਲ ਸੰਪਰਕ ਵੀ ਜ਼ਰੂਰ ਕਰਨਗੇ ਤਾਂ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਸੁਰੱਖਿਅਤ ਕਰ ਸਕਣ ਅਤੇ ਉਹਨੂੰ ਚੰਗੀ ਐਜੂਕੇਸ਼ਨ ਉਹ ਦੇ ਸਕਣ। ਸੋ ਇੱਥੇ ਹੀ ਪ੍ਰੋਗਰਾਮ ਦਾ ਸਿਲਸਿਲਾ ਖਤਮ ਕਰਦੇ ਹਾਂ ਅਤੇ ਫਿਰ ਰੂਬਰੂ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ ਨਵੀਆਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।